ਟੋਲਸਟਾਏ ਦਾ ਲਿਖਿਆ ਤੇ ਇੰਦਰ ਸਿੰਘ ਖਾਮੋਸ਼ ਦਾ ਅਨੁਵਾਦਿਤ ਨੋਵਲ ਹੈ ਅਗਨ ਗੀਤ ਬਾਈ ਮੰਗ। ਬਾਕੀ ਸਾਰਾ ਦਿਨ ਪਤਨੀ ਨਾਲ ਮੈਂ ਇੱਕ ਵੀ ਬੋਲ ਸਾਂਝਾ ਨਾ ਕੀਤਾ। ਉਸ ਨਾਲ ਮੈਂ ਬੋਲ ਹੀ ਨਾ ਸਕਿਆ। ਉਹਦੀ ਮੌਜੂਦਗੀ ਮੇਰੇ ਅੰਦਰ ਅਜਿਹੀ ਨਫ਼ਰਤ ਪੈਦਾ ਕਰ ਰਹੀ ਸੀ ਕਿ ਮੈਂ ਨਤੀਜਿਆਂ ਤੋਂ ਡਰ ਗਿਆ। ਰਾਤ ਦੇ ਖਾਣੇ ਸਮੇਂ ਉਹਨੇ ਮੈਨੂੰ ਬੱਚਿਆਂ ਦੀ ਮੌਜੂਦਗੀ 'ਚ ਪੁੱਛਿਆ ਕਿ ਮੈਂ ਕਦੋਂ ਜਾ ਰਿਹਾ ਸੀ। ਅਗਲੇ ਹਫ਼ਤੇ ਮੈਂ ਕਿਸੇ ਇਲਾਕਾਈ ਕਾਨਫਰੰਸ 'ਚ ਸ਼ਾਮਲ ਹੋਣ ਜਾਣਾ ਸੀ। ਮੈਨੂੰ ਦਿਨ ਦੱਸ ਦਿੱਤਾ। ਉਹਨੇ ਮੈਨੂੰ ਪੁੱਛਿਆ ਕਿ ਅਜਿਹੀ ਕੋਈ ਚੀਜ਼ ਤਾਂ ਨਹੀਂ ਜਿਹੜੀ ਮੇਰੇ ਲਿਜਾਣ ਵਾਸਤੇ ਤਿਆਰ ਕਰਨੀ ਹੋਵੇ। ਮੈਂ ਕੋਈ ਹੁੰਗਾਰਾ ਨਾ ਭਰਿਆ। ਬਿਨਾਂ ਕੁਝ ਬੋਲੇ ਚੁੱਪਚਾਪ ਬੈਠਾ ਰਿਹਾ। ਫਿਰ ਉੱਠ ਕੇ ਪੜ੍ਹਨ ਕਮਰੇ 'ਚ ਚਲਾ ਗਿਆ। ਕਾਫੀ ਸਮੇਂ ਤੋਂ ਉਹਨੇ ਮੇਰੀ ਪੜ੍ਹਨ ਕਮਰੇ 'ਚ ਆਉਣਾ ਬੰਦ ਕਰ ਦਿੱਤਾ ਸੀ। ਖਾਸ ਕਰਕੇ ਅਜਿਹੇ ਮੌਕੇ। ਉੱਥੇ ਪਿਆ ਮੈਂ ਆਪਣਾ ਗੁੱਸਾ ਘੋਲ ਰਿਹਾ ਸੀ। ਅਚਾਨਕ ਮੈਨੂੰ ਉਹਦੀ ਪੈੜ ਚਾਲ ਸੁਣਾਈ ਦਿੱਤੀ। ਮੇਰੇ ਦਿਮਾਗ 'ਚ ਭਿਆਨਕ ਘਿਰਨਤ ਵਿਹਾਰ ਆਇਆ ਕਿ ਉਰੀਆਹ ਦੀ ਪਤਨੀ ਵਾਂਗ ਕਸੂਤੇ ਵੇਲੇ ਉਹ ਆਪਣਾ ਗੁਨਾਹ ਛੁਪਾਉਣ ਲਈ ਮੇਰੇ ਕੋਲ ਆ ਰਹੀ ਸੀ। ਕਿ ਉਹ ਸੱਚਮੁੱਚ ਮੇਰੇ ਨਾਲ ਗੱਲ ਕਰਨ ਆ ਰਹੀ ਸੀ। ਮੈਂ ਸੋਚਿਆ ਉਹਦੀ ਪੈੜ ਚਾਲ ਨੇੜੇ ਆ ਰਹੀ ਸੀ। ਜੇ ਉਹ ਆ ਰਹੀ ਹੈ ਤੇ ਮੇਰਾ ਅੰਦਾਜ਼ਾ ਠੀਕ ਹੈ। ਕਈ ਤਰ੍ਹਾਂ ਦੀ ਨਫ਼ਰਤ ਮੇਰੇ ਦਿਮਾਗ 'ਚ ਪੈਦਾ ਹੋ ਰਹੀ ਸੀ। ਪੈੜ ਚਾਲ ਨੇੜੇ ਆ ਰਹੀ ਸੀ। ਯਕੀਨਨ ਉਹ ਅੱਗੇ ਲੰਘ ਕੇ ਸੁਆਗਤੀ ਕਮਰੇ 'ਚ ਚਲੀ ਜਾਏਗੀ, ਪਰ ਨਹੀਂ। ਦਰਵਾਜ਼ਾ ਚੀਕਣ ਦੀ ਆਵਾਜ਼ ਆਈ। ਉਹ ਆ ਕੇ ਬੂਹੇ 'ਚ ਖੜ ਗਈ। ਲੰਮੀ ਲੰਜੀ ਸੋਹਣੀ ਸੁਨੱਖੀ। ਉਹਦੀਆਂ ਸਹਿਮੀਆਂ ਅੱਖਾਂ 'ਚ ਅਪੀਲ ਸੀ ਜਿਹਨੂੰ ਉਹ ਛੁਪਾਉਣ ਦਾ ਯਤਨ ਕਰ ਰਹੀ ਸੀ। ਪਰ ਮੈਂ ਜਾਣ ਗਿਆ ਇਸ ਅਪੀਲ ਦਾ ਕੀ ਮਤਲਬ ਸੀ। ਮੈਨੂੰ ਸਾਹ ਲੈਣਾ ਔਖਾ ਹੋ ਗਿਆ। ਮੈਨੂੰ ਆਪਣਾ ਦਮ ਘੁੱਟਦਾ ਮਹਿਸੂਸ ਹੋਇਆ। ਉਸ ਵੱਲ ਦੇਖਦੇ ਮੈਂ ਸਿਗਰਟ ਚੁੱਕੀ ਬਾਲ ਕੇ ਪੀਣ ਲੱਗ ਪਿਆ। ਮੈਂ ਜਦ ਤੁਹਾਡੇ ਨਾਲ ਗੱਲ ਕਰਨ ਆਈ ਹਾਂ, ਸਿਗਰਟ ਪੀਣਾ ਚੰਗਾ ਲੱਗਦਾ? ਮੇਰੇ ਕੋਲ ਸੋਫੇ ਤੇ ਬੈਠਦੇ ਉਹਨੇ ਕਿਹਾ। ਮੈਂ ਪਰੇ ਖਿਸਕ ਗਿਆ ਤਾਂ ਕਿ ਉਹ ਮੇਰੇ ਨਾਲ ਨਾ ਲੱਗੇ। ਮੈਨੂੰ ਲੱਗਦਾ ਤੁਸੀਂ ਇਸ ਗੱਲੋਂ ਨਾਰਾਜ਼ ਹੋ ਕਿ ਮੈਂ ਐਤਵਾਰ ਸੰਗੀਤ ਪੇਸ਼ ਕਰ ਰਹੀ ਹਾਂ। ਬਿਲਕੁਲ ਵੀ ਨਹੀਂ, ਮੈਂ ਆਖਿਆ, ਜਿਵੇਂ ਮੈਂ ਸਮਝਦੀ ਨਾ ਹੋਵਾਂ। ਜੇ ਤੂੰ ਸਮਝਦੀ ਹੈ ਤਾਂ ਮੇਰੇ ਲਈ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ। ਜਿੱਥੋਂ ਤੱਕ ਮੇਰਾ ਸੰਬੰਧ ਹੈ, ਮੈਂ ਸਿਰਫ ਇੰਨਾ ਜਾਣਦਾ ਕਿ ਤੇਰਾ ਵਿਹਾਰ ਇੱਕ ਕੁੱਤੀ ਵਰਗਾ ਹੈ। ਜੇ ਤੁਸੀਂ ਤਾਂਗੇ ਵਾਲਿਆਂ ਵਾਂਗ ਗਾਲਾਂ ਹੀ ਕੱਢਣੀਆਂ ਤਾਂ ਮੈਂ ਚਲੀ ਜਾਣੀ ਹਾਂ। ਚਲੀ ਜਾ। ਪਰ ਇੰਨੀ ਗੱਲ ਯਾਦ ਰੱਖੀ ਕਿ ਖਾਨਦਾਨ ਦੀ ਇੱਜ਼ਤ ਦਾ ਜੇ ਤੈਨੂੰ ਕੋਈ ਖਿਆਲ ਨਹੀਂ, ਮੈਨੂੰ ਤਾਂ ਹੈ। ਤੇਰੀ ਮੈਨੂੰ ਕੋਈ ਪਰਵਾਹ ਨਹੀਂ। ਤੂੰ ਭਾਵੇਂ ਕਿਸੇ ਖੂਹ ਖਾਤੇ 'ਚ ਜਾ ਕੇ ਡਿੱਗ, ਪਰ ਮੈਂ ਖਾਨਦਾਨ ਦੀ ਇੱਜ਼ਤ ਨੂੰ ਦਾਗ ਨਹੀਂ ਲੱਗਣ ਦਿਆਂਗਾ। ਕੀ ਕਹਿੰਦੇ ਹੋ ਤੁਸੀਂ? ਚਲੀ ਜਾ। ਰੱਬ ਦੇ ਵਾਸਤੇ ਦੂਰ ਹੋ ਜਾ ਮੇਰੀ ਅੱਖਾਂ ਤੋਂ। ਮਛਲੀ ਜੀ ਬਣ ਕੇ ਉੱਠੀ, ਜਿਵੇਂ ਉਹਨੂੰ ਮੇਰੀ ਗੱਲ ਦੀ ਸਮਝ ਨਾ ਆਈ ਹੋਵੇ, ਜਾਂ ਸ਼ਾਇਦ ਸੱਚਮੁੱਚ ਹੀ ਨਾ ਆਈ ਹੋਵੇ। ਉਹ ਬਹੁਤ ਦੁਖੀ ਤੇ ਨਾਰਾਜ਼ ਦਿਖਾਈ ਦੇ ਰਹੀ ਸੀ। ਤੁਸੀਂ ਸੱਚਮੁੱਚ ਹੀ ਅਸਾਧ ਬਣ ਗਏ ਹੋ, ਬੋਲੀ। ਕੋਈ ਦੇਵਤਾ ਵੀ ਤੁਹਾਡੇ ਨਾਲ ਨਹੀਂ ਕੱਟ ਸਕਦਾ। ਪਹਿਲਾਂ ਵਾਂਗ ਹੀ ਮੇਰੀ ਦੁੱਖ ਦੀ ਰਗ ਛੇੜਨ ਦੇ ਇਰਾਦੇ ਨਾਲ ਉਹ ਬਾਹਰ ਜਾਣ ਦੀ ਬਜਾਏ ਉਸ ਕਮਰੇ ਦੇ ਵਿਚਕਾਰ ਖੜ ਕੇ ਬੋਲਣ ਲੱਗੀ। ਕਿਸੇ ਵੇਲੇ ਗੁੱਸੇ 'ਚ ਅੰਨਾ ਹੋ ਕੇ ਮੈਂ ਆਪਣੀ ਭੈਣ ਨੂੰ ਬਹੁਤ ਹੀ ਮੰਦਾ ਚੰਗਾ ਬੋਲਿਆ ਸੀ। ਪਤਨੀ ਨੂੰ ਇਸ ਗੱਲ ਦਾ ਪਤਾ ਸੀ, ਪਰ ਮੇਰੇ ਲਈ ਇੱਕ ਦੁਖਦਾਈ ਯਾਦ ਸੀ। ਹੁਣ ਉਹ ਜਾਣ-ਬੁੱਝ ਕੇ ਇਸ ਗੱਲ ਦਾ ਜ਼ਿਕਰ ਕਰ ਰਹੀ ਸੀ। ਤੁਸੀਂ ਤਾਂ ਆਪਣੀ ਭੈਣ ਦਾ ਲਿਹਾਜ਼ ਨਹੀਂ ਕੀਤਾ, ਮੈਂ ਕੌਣ ਹੁੰਨੀ ਆ? ਤੂੰ ਇੱਕ ਤਾਂ ਮੇਰੀ ਹੱਦ ਤੱਕ ਕਰੇ, ਮੈਨੂੰ ਖੱਜਲ ਖੁਆਰ ਕਰੇ, ਮੇਰੀ ਇੱਜ਼ਤ ਮਿੱਟੀ 'ਚ ਮਿਲਾਵੇਂ, ਉਲਟਾ ਦੋਸ਼ ਵੀ ਮੈਨੂੰ ਹੀ ਦੇਵੇਂ। ਮੈਂ ਆਪਣੇ ਦਿਲ 'ਚ ਆਖਿਆ। ਇੱਕਦਮ ਮੇਰਾ ਸਾਰਾ ਅੰਦਰ ਉਸ ਪ੍ਰਤੀ ਨਫ਼ਰਤ ਨਾਲ ਭਰ ਗਿਆ। ਪਹਿਲਾਂ ਤਾਂ ਜੀ ਕੀਤਾ ਨਫ਼ਰਤ ਨੂੰ ਸਰੀਰਕ ਰੂਪ 'ਚ ਪ੍ਰਗਟ ਕਰਦੇ ਹਾਂ। ਇਹੀ ਸੋਚ ਕੇ ਮੈਂ ਇੱਕਦਮ ਉਸ ਵੱਲ ਵਧਿਆ। ਛੇਤੀ ਸੰਭਲ ਗਿਆ ਤੇ ਸਮਝ ਗਿਆ ਮੈਂ ਕੀ ਕਰ ਰਿਹਾ ਸੀ। ਫਿਰ ਸੋਚਿਆ, ਇਸ ਤਰ੍ਹਾਂ ਜਜ਼ਬਾਤ ਦੀ ਰੌਂਚ 'ਚ ਬਹਿ ਕੇ ਮੈਂ ਘੱਟੋ-ਘੱਟ ਉਹਨੂੰ ਡਰਾ ਜ਼ਰੂਰ ਦਿਆਂਗਾ। ਇਸ ਲਈ ਨਫ਼ਰਤ ਨੂੰ ਦਬਾਉਣ ਦੀ ਬਜਾਏ ਮੈਂ ਨਫ਼ਰਤ ਦੀ ਰੌਂਚ 'ਚ ਬਹਿ ਗਿਆ। ਚਲੀ ਜਾ ਇੱਥੋਂ, ਨਹੀਂ ਤਾਂ ਮੈਂ ਤੇਰਾ ਖੂਨ ਕਰ ਦਿਆਂਗਾ। ਉਹਨੂੰ ਬਾਹੋਂ ਫੜ ਕੇ ਮੈਂ ਨਫ਼ਰਤ ਭਰੀ ਆਵਾਜ਼ 'ਚ ਆਖਿਆ। ਮੈਂ ਸੱਚਮੁੱਚ ਹੀ ਬਹੁਤ ਭਿਆਨਕ ਦਿਖਾਈ ਦੇ ਰਿਹਾ ਹੋਵਾਂਗਾ, ਕਿਉਂਕਿ ਉਹ ਇੰਨੀ ਡਰ ਗਈ ਸੀ ਕਿ ਆਪਣੀ ਥਾਂ ਤੋਂ ਹਿੱਲ ਵੀ ਨਹੀਂ ਸਕੀ। ਵਾਸੀਆ, ਤੈਨੂੰ ਕੀ ਹੋ ਗਿਆ? ਉਹਨੇ ਆਖਿਆ। ਨਿਕਲ ਜਾ ਬਾਹਰ। ਮੈਂ ਪਹਿਲਾਂ ਨਾਲੋਂ ਵੀ ਜ਼ੋਰ ਨਾਲ ਗਰਜਿਆ। ਤੂੰ ਮੈਨੂੰ ਚੰਡੀ ਨਾ ਚੜਾ, ਨਹੀਂ ਤਾਂ ਪਤਾ ਨਹੀਂ ਮੈਂ ਕੀ ਕਰ ਬੈਠਾ। ਅੰਦਰਲੇ ਚੰਡਾਲ ਦੇ ਵੱਸ 'ਚ ਹੋਣ ਦੀ ਮੈਨੂੰ ਖੁਸ਼ੀ ਸੀ। ਇੰਤਹਾ ਗੁੱਸਾ ਪ੍ਰਗਟ ਕਰਨ ਲਈ ਮੈਂ ਕੋਈ ਅਸਾਧਾਰਨ ਗੱਲ ਕਰਨੀ ਚਾਹੁੰਦਾ ਸੀ। ਕੋਈ ਚੀਜ਼ ਚੁੱਕ ਕੇ ਸਾਰੇ ਜ਼ੋਰ ਨਾਲ ਉਹਨੂੰ ਮਾਰਨੀ ਚਾਹੁੰਦਾ ਸੀ। ਪਰ ਮੈਂ ਇਹ ਵੀ ਜਾਣਦਾ ਸੀ ਕਿ ਮੈਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਇਸੇ ਲਈ ਨਫ਼ਰਤ ਭਰੇ ਗੁੱਸੇ ਨੂੰ ਪ੍ਰਗਟ ਕਰਨ ਲਈ ਮੇਜ਼ ਤੇ ਪੇਪਰਵੇਟ ਚੁੱਕ ਕੇ ਮੈਂ ਇਸ ਤਰ੍ਹਾਂ ਉਸ ਵੱਲ ਵਗਾਇਆ ਕਿ ਉਹਨੂੰ ਵੱਜੇ ਨਾ। ਗੁੱਸੇ ਭਰੀ ਆਵਾਜ਼ 'ਚ ਇੱਕ ਵਾਰ ਫੇਰ ਆਖਿਆ, ਨਿਕਲ ਜਾ ਇੱਥੋਂ। ਮੇਰਾ ਨਿਸ਼ਾਨਾ ਠੀਕ ਰਿਹਾ। ਪੇਪਰਵੇਟ ਵੱਜੇ ਬਿਨਾਂ ਉਹਦੇ ਕੋਲੋਂ ਦੀ ਨਿਕਲ ਗਿਆ। ਉਹ ਤੁਰ ਪਈ। ਉਹ ਬਾਹਰ ਜਾਣ ਦੀ ਬਜਾਏ ਬੂਹੇ 'ਚ ਖੜ ਗਈ ਤੇ ਮੇਰੇ ਵੱਲ ਵੇਖਣ ਲੱਗ ਪਈ। ਗੁੱਸੇ ਦੇ ਉਸੇ ਵਹਿਣ 'ਚ ਮੈਂ ਮੇਜ਼ ਤੇ ਪਈਆਂ ਚੀਜ਼ਾਂ, ਮੋਮਬੱਤੀ, ਕਲਮਦਾਨ, ਦਵਾਤਾਂ ਆਦਿ ਚੁੱਕ ਕੇ ਫਰਸ਼ ਤੇ ਵਗਾਉਣੀਆਂ ਸ਼ੁਰੂ ਕਰਤੀਆਂ। ਨਿਕਲ ਜਾ, ਚਲੀ ਜਾ ਇੱਥੋਂ। ਨਾਲ ਮੈਂ ਰੌਲਾ ਵੀ ਪਾਈ ਜਾ ਰਿਹਾ ਸੀ। ਚਲੀ ਜਾ ਇੱਥੋਂ, ਕੀ ਪਤਾ ਮੈਂ ਕੀ ਕਰ ਬੈਠਾ। ਉਹ ਚਲੀ ਗਈ। ਮੇਰਾ ਗੁੱਸਾ ਇੱਕਦਮ ਠੰਡਾ ਹੋ ਗਿਆ। 1 ਘੰਟੇ ਬਾਅਦ ਨੌਕਰਾਣੀ ਨੇ ਆ ਕੇ ਦੱਸਿਆ ਪਤਨੀ ਨੂੰ ਦੌਰਾ ਪੈ ਗਿਆ ਸੀ। ਮੈਂ ਉਸ ਕੋਲ ਜਾ ਕੇ ਦੇਖਿਆ। ਉਹ ਸਿਸਕੀਆਂ ਲੈ ਰਹੀ ਸੀ, ਹੱਸ ਰਹੀ ਸੀ, ਪਰ ਦੱਸ ਕੁਝ ਨਹੀਂ ਸੀ ਸਕਦੀ। ਉਹਨੂੰ ਹਿਸਟੀਰੀਆ ਦਾ ਦੌਰਾ ਪਿਆ ਸੀ। ਉਹਦਾ ਸਰੀਰ ਵੱਟ ਖਾ ਰਿਹਾ ਸੀ। ਸਵੇਰ ਤੱਕ ਉਹ ਠੀਕ ਹੋ ਗਈ,
ਪਿਆਰ ਦੇ ਜਜ਼ਬੇ ਅਧੀਨ ਸਾਡੀ ਮਨ-ਮਨਾਈ ਹੋ ਗਈ। ਸੁਲਹ ਸਫਾਈ ਪਿੱਛੋਂ ਜਦ ਮੈਂ ਇਕਬਾਲ ਕੀਤਾ ਕਿ ਮੈਨੂੰ ਸੰਗੀਤਕਾਰ ਨਾਲ ਈਰਖਾ ਸੀ ਤਾਂ ਉਹਨੇ ਕੋਈ ਪਰੇਸ਼ਾਨੀ ਪ੍ਰਗਟ ਨਾ ਕੀਤੀ, ਸਗੋਂ ਸੁਭਾਵਕ ਹਾਸਾ ਹੱਸ ਕੇ ਕਹਿਣ ਲੱਗੀ, ਕਿੱਡੀ ਹਾਸੋਹੀਣੀ ਸੋਚ ਹੈ ਤੁਹਾਡੀ ਕਿ ਮੈਂ ਅਜਿਹੇ ਆਦਮੀ ਤੇ ਮੋਹਤ ਹੋ ਜਾਵਾਂਗੀ। ਕੀ ਕੋਈ ਸ਼ਰੀਫ ਔਰਤ ਅਜਿਹੇ ਆਦਮੀ ਨਾਲ ਪਿਆਰ ਕਰ ਸਕਦੀ ਹੈ? ਜੇ ਤੁਸੀਂ ਇਉਂ ਸੋਚਦੇ ਹੋ ਤਾਂ ਮੈਂ ਉਹਨੂੰ ਮਿਲਣਾ ਹੀ ਬੰਦ ਕਰ ਦਿੰਦੀ ਹਾਂ। ਐਤਵਾਰ ਨੂੰ ਵੀ ਨਹੀਂ ਮਿਲਾਂਗੀ। ਭਾਵੇਂ ਮਹਿਮਾਨਾਂ ਨੂੰ ਸੱਦੇ ਭੇਜੇ ਜਾ ਚੁੱਕੇ ਹਨ। ਉਹਨੂੰ ਲਿਖ ਦਿਓ ਮੈਂ ਬਿਮਾਰ ਹਾਂ। ਮੈਨੂੰ ਸਿਰਫ ਇਸ ਗੱਲ ਦਾ ਦੁੱਖ ਹੋਏਗਾ ਕਿ ਕੋਈ ਬੰਦਾ, ਖਾਸ ਕਰ ਉਹ, ਆਪਣੇ ਆਪ ਨੂੰ ਖਤਰਨਾਕ ਸਮਝਣ ਲੱਗ ਪਵੇ। ਆਪਣੇ ਆਪ ਉੱਤੇ ਮੈਨੂੰ ਇੰਨਾ ਕੁ ਮਾਣ ਜ਼ਰੂਰ ਹੈ ਕਿ ਮੈਂ ਅਜਿਹੀ ਗੱਲ ਸਵੀਕਾਰ ਨਹੀਂ ਕਰ ਸਕਦੀ। ਉਹ ਝੂਠ ਨਹੀਂ ਸੀ ਬੋਲ ਰਹੀ। ਜੋ ਕੁਝ ਉਹ ਆਖ ਰਹੀ ਸੀ ਸੱਚੇ ਦਿਲੋਂ ਆਖ ਰਹੀ ਸੀ। ਉਹਨੂੰ ਆਸ ਸੀ ਅਜਿਹੀਆਂ ਗੱਲਾਂ ਨਾਲ ਉਸ ਆਦਮੀ ਨੂੰ ਨਫ਼ਰਤ ਕਰਨ ਲੱਗ ਪਏਗੀ ਤੇ ਉਹ ਤੋਂ ਬਚਣ ਲਈ ਆਪਣੇ ਦੁਆਲੇ ਇੱਕ ਵਾੜ ਬਣਾ ਲਏਗੀ, ਪਰ ਉਹ ਸਫਲ ਨਾ ਹੋ ਸਕੇ। ਹਰ ਚੀਜ਼ ਉਹਦੇ ਖਿਲਾਫ ਜਾ ਰਹੀ ਸੀ, ਖਾਸ ਕਰਕੇ ਉਹ ਲਾਹਨਤੀ ਸੰਗੀਤ। ਇਸ ਸੰਬੰਧੀ ਅਸੀਂ ਹੋਰ ਕੋਈ ਗੱਲ ਨਾ ਕੀਤੀ। ਐਤਵਾਰ ਨੂੰ ਮਹਿਮਾਨ ਆਏ। ਪਤਨੀ ਨੇ ਉਸ ਨਾਲ ਮਿਲ ਕੇ ਸੰਗੀਤ ਪੇਸ਼ ਕੀਤਾ। ਅੰਗ 23। ਇਹ ਗੱਲ ਕਹਿਣ ਦੀ ਤਾਂ ਮੇਰੇ ਖਿਆਲ 'ਚ ਕੋਈ ਲੋੜ ਨਹੀਂ ਕਿ ਮੈਂ ਘੁਮੰਡੀ ਆਦਮੀ ਹਾਂ। ਜੇ ਬੰਦੇ 'ਚ ਘੁਮੰਡੀ ਨਹੀਂ ਤਾਂ ਸਾਡੇ ਸਮਾਜ 'ਚ ਰਹਿਣ ਲਈ ਬੰਦੇ ਕੋਲ ਹੋਰ ਹੁੰਦਾ ਵੀ ਕੀ ਹੈ। ਇਸ ਲਈ ਮੈਂ ਇਸ ਗੱਲ ਵੱਲ ਖਾਸ ਧਿਆਨ ਦਿੱਤਾ ਕਿ ਸ਼ਾਮ ਨੂੰ ਸੰਗੀਤ ਸਮੇਂ ਖਾਣੇ ਦਾ ਅਜਿਹਾ ਪ੍ਰਬੰਧ ਹੋਵੇ ਜਿਸ ਨਾਲ ਸਾਡੀ ਸ਼ੋਭਾ ਵਧੇ। 6 ਵਜੇ ਤੱਕ ਸਾਰੇ ਮਹਿਮਾਨ ਆ ਗਏ। ਉਹ ਵੀ ਪਹੁੰਚ ਗਿਆ। ਉਹਨੇ ਉਸ ਸਮੇਂ ਵਾਸਤੇ ਖਾਸ ਤੌਰ ਤੇ ਤਿਆਰ ਕਰਵਾਈ ਪੋਸ਼ਾਕ ਪਾਈ ਸੀ ਜਿਸ ਤੇ ਹੀਰਿਆਂ ਦੇ ਸਟੱਡ ਲੱਗੇ ਸੀ ਜਿਹੜੇ ਉਹਦੇ ਘਟੀਆ ਸਵਾਦਾਂ ਦੀ ਗਵਾਹੀ ਭਰ ਰਹੇ ਸੀ। ਉਹ ਆਪਣੇ ਆਪ ਨੂੰ ਬਹੁਤ ਵੱਡਾ ਸਮਝ ਰਿਹਾ ਸੀ। ਜਦ ਉਸ ਨਾਲ ਕੋਈ ਗੱਲ ਕਰਦਾ ਤਾਂ ਉਹ ਇਉਂ ਮੁਸਕਰਾਉਂਦਾ ਜਿਵੇਂ ਅਗਲੇ ਤੇ ਅਹਿਸਾਨ ਕਰ ਰਿਹਾ ਹੋਵੇ। ਜੇ ਕੁਝ ਅਗਲਾ ਕਹਿੰਦਾ ਜਾਂ ਕਰਦਾ, ਉਹ ਸਮਝਦਾ ਸਭ ਕੁਝ ਉਸੇ ਦੀ ਮਰਜ਼ੀ ਅਨੁਸਾਰ ਹੀ ਬੋਲਿਆ ਕੀਤਾ ਜਾ ਰਿਹਾ, ਕਿਉਂਕਿ ਇਸ ਤਰ੍ਹਾਂ ਮੇਰੇ ਦਿਲ ਨੂੰ ਤਸੱਲੀ ਮਿਲਦੀ ਸੀ। ਪਤਨੀ ਦੀ ਕਈ ਇਹ ਗੱਲ ਵੀ ਸਾਬਤ ਹੁੰਦੀ ਸੀ ਕਿ ਉਹ ਮੇਰੇ ਨਾਲੋਂ ਇੰਨਾ ਘਟੀਆ ਸੀ ਕਿ ਉਸ ਉੱਤੇ ਮੋਹਤ ਹੋਣ ਲਈ ਉਹ ਆਪਣੇ ਆਪ ਨੂੰ ਗਿਰਾ ਨਹੀਂ ਸਕਦੀ। ਹੁਣ ਮੈਨੂੰ ਉਸ ਨਾਲ ਈਰਖਾ ਨਹੀਂ ਸੀ, ਕਿਉਂਕਿ ਈਰਖਾ ਕਾਰਨ ਦੁਖੀ ਹੋ ਕੇ ਮੈਂ ਪਹਿਲਾਂ ਹੀ ਨਿਢਾਲ ਹੋ ਚੁੱਕਿਆ ਸੀ। ਫਿਰ ਵੀ ਈਰਖਾ ਨਾ ਹੋਣ ਦੇ ਬਾਵਜੂਦ ਖਾਣਾ ਖਤਮ, ਸੰਗੀਤ ਸ਼ੁਰੂ ਹੋਣ ਦੇ ਵਿਚਕਾਰਲੇ ਸਮੇਂ 'ਚ ਮੈਂ ਬੇਚੈਨ ਰਿਹਾ। ਉਹਨਾਂ ਦੋਨਾਂ ਪ੍ਰਤੀ ਮੇਰਾ ਰਵੱਈਆ ਸੁਭਾਵਕ ਨਾ ਹੋ ਸਕਿਆ। ਖਾਣਾ ਸਾਰੇ ਖਾਣਿਆਂ ਵਾਂਗ ਨੀਰਸ ਤੇ ਅਕਾਊ ਸੀ। ਸੰਗੀਤ ਸਮੇਂ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ। ਉਸ ਸ਼ਾਮ ਦਾ ਬਰੀਕ ਤੋਂ ਬਰੀਕ ਵੇਰਵਾ ਮੇਰੇ ਦਿਮਾਗ ਤੇ ਉਕਰਿਆ ਪਿਆ। ਉਹਦਾ ਵਾਇਲਨ ਚੁੱਕਣਾ, ਡੱਬਾ ਖੋਲ੍ਹਣਾ, ਕਢਾਈ ਕੀਤਾ ਕੱਪੜਾ ਉਤਾਰਨਾ, ਸਾਜ਼ ਬਾਹਰ ਕੱਢਣਾ, ਉਹਨੂੰ ਸੁਰ ਕਰਨਾ, ਇਹ ਸਾਰਾ ਕੁਝ ਮੈਨੂੰ ਅਜੇ ਵੀ ਚੰਗੀ ਤਰ੍ਹਾਂ ਯਾਦ ਹੈ। ਪਤਨੀ ਦਾ ਆਪਣੇ ਸੰਗ ਨੂੰ ਛੁਪਾਉਣ ਲਈ ਲਾਪਰਵਾਹੀ ਦਾ ਰਵੱਈਆ ਅਖਤਿਆਰ ਕਰਨਾ। ਸੰਗੀਤ ਪੇਸ਼ ਕਰਨ ਸਮੇਂ ਉਹਨੂੰ ਸ਼ਰਮਾਉਣ ਦੀ ਆਦਤ ਸੀ। ਸੰਗਣ ਦਾ ਨਾਟਕ ਜਿਹਾ ਕਰਦਿਆਂ ਉਹਦਾ ਬੈਠੇ ਰਹਿਣਾ ਵੀ ਮੈਨੂੰ ਯਾਦ ਹੈ। ਵਿਚਕਾਰਲੀ ਤਾਰ ਦਾ ਟੁਣਕਣਾ, ਤਾਰਾਂ ਦੀ ਕਸ-ਕਸਾਈ, ਤਾਰਾਂ ਨੂੰ ਸੁਰ ਕੀਤੇ ਜਾਣਾ ਵੀ ਯਾਦ ਹੈ। ਪਹਿਲਾ ਟੱਪਾ ਮੇਰੀ ਪਤਨੀ ਨੇ ਗਾਇਆ। ਜਦ ਸੰਗੀਤਕਾਰ ਨੇ ਆਪਣੀ ਬਣਾਈ ਤਰਜ ਸੁਣੀ, ਜਿਸ ਤਰ੍ਹਾਂ ਦਾ ਗੰਭੀਰ ਤਣਾਅਪੂਰਨ ਪ੍ਰਭਾਵ ਉਹਦੇ ਚਿਹਰੇ ਤੇ ਪੈਦਾ ਹੋਇਆ, ਮੇਰੇ ਦਿਮਾਗ ਤੇ ਉਕਰਿਆ ਪਿਆ। ਪਿਆਨੋ ਦੀ ਆਵਾਜ਼ ਨਾਲ ਵਾਇਲਨ ਦੀ ਸੁਰ ਮਿਲਾਉਣ ਲਈ ਉਹਨੇ ਤਾਰਾਂ ਨੂੰ ਬੜੀ ਸਾਵਧਾਨੀ ਨਾਲ ਟੁਣਕਾਇਆ। ਉਹ ਚੁੱਪ ਕਰ ਗਿਆ। ਉਹਨੇ ਉਹੀ ਅਜੀਬ ਆਵਾਜ਼ ਕਈ ਵਾਰ ਪੈਦਾ ਕੀਤੀ। ਉਹਨਾਂ ਨੇ ਬੀਥੋਵਨ ਦਾ ਕਰੂਜ਼ਰ ਸੋਨਾਟਾ ਸੁਣਾਇਆ। ਮੁੱਢਲੀ ਤਾਨ ਤਾਂ ਤੁਸੀਂ ਵੀ ਸੁਣੀ ਹੋਏਗੀ। ਉਹ ਘਬਰਾ ਕੇ ਚੁੱਪ ਹੋ ਗਿਆ। ਬੜੀ ਖਤਰਨਾਕ ਚੀਜ਼ ਹੈ ਇਹ ਗੀਤ, ਖਾਸ ਕਰ ਉਹਦੀ ਤਰਜ਼। ਵੈਸੇ ਵੀ ਸੰਗੀਤ ਇੱਕ ਖਤਰਨਾਕ ਚੀਜ਼ ਹੈ। ਇਹ ਕੀ ਹੁੰਦਾ ਹੈ? ਮੈਂ ਤਾਂ ਇਹਨੂੰ ਸਮਝ ਨਹੀਂ ਸਕਿਆ। ਜ਼ਰਾ ਸੋਚੋ, ਸੰਗੀਤ ਕੀ ਚੀਜ਼ ਹੈ? ਬੰਦੇ ਨੂੰ ਕੀ ਕਰ ਦਿੰਦੀ ਹੈ? ਅਜਿਹਾ ਕੁਝ ਕਿਉਂ ਕਰ ਦਿੰਦਾ ਹੈ? ਲੋਕ ਆਖਦੇ ਹਨ ਸੰਗੀਤ ਦਾ ਪ੍ਰਭਾਵ ਆਤਮਾ ਨੂੰ ਉਚਿਆਉਣ ਵਾਲਾ ਹੁੰਦਾ ਹੈ। ਬਿਲਕੁਲ ਬਕਵਾਸ, ਨਿਰਾ ਝੂਠ। ਇਹ ਪ੍ਰਭਾਵ ਅਜਿਹਾ ਬਿਲਕੁਲ ਨਹੀਂ ਜਿਹੜਾ ਆਤਮਾ ਨੂੰ ਉਚਿਆਉਂਦਾ ਹੋਵੇ। ਇਹ ਨਾ ਉਚਿਆਉਂਦਾ, ਨਾ ਗਿਰਾਉਂਦਾ, ਸਗੋਂ ਭੜਕਾਉਂਦਾ ਹੈ। ਮੈਂ ਕਿਵੇਂ ਵਰਣਨ ਕਰਾਂ ਇਹਨੂੰ? ਸੰਗੀਤ ਮੈਨੂੰ ਆਪਣਾ ਆਪਾ ਭੁਲਾ ਦਿੰਦਾ ਹੈ। ਮੈਂ ਆਪਣੀ ਅਸਲੀ ਦਸ਼ਾ 'ਚ ਨਹੀਂ ਰਹਿ ਸਕਦਾ, ਸਗੋਂ ਅਜਿਹੀ ਦਸ਼ਾ 'ਚ ਪਹੁੰਚ ਜਾਣਾ ਜੋ ਮੇਰੀ ਦਸ਼ਾ ਨਹੀਂ ਹੁੰਦੀ। ਇਸ ਦੇ ਪ੍ਰਭਾਵ ਅਧੀਨ ਅਜਿਹੀਆਂ ਗੱਲਾਂ ਦੀ ਸਮਝ ਆ ਜਾਂਦੀ ਹੈ ਜਿਹੜੀਆਂ ਗੱਲਾਂ ਮੈਨੂੰ ਸਧਾਰਨ ਹਾਲਤ 'ਚ ਸਮਝ ਨਹੀਂ ਆਉਂਦੀਆਂ, ਜਿਹੜੀਆਂ ਗੱਲਾਂ ਕਰਨ ਤੋਂ ਮੈਂ ਅਸਮਰਥ ਹੁੰਦਾ। ਇਹਦੇ ਪ੍ਰਭਾਵ ਅਧੀਨ ਸਮਰੱਥ ਹੋ ਜਾਂਦਾ। ਮੈਂ ਭਾਵੇਂ ਉਂਘਾਇਆ ਨਾ ਵੀ ਹੋਵਾਂ, ਜਦੋਂ ਦੂਜਾ ਕੋਈ ਉਬਾਸੀ ਲਏ ਤਾਂ ਮੈਨੂੰ ਵੀ ਉਬਾਸੀ ਆ ਜਾਂਦੀ ਹੈ। ਹੱਸਣ ਵਾਲੀ ਗੱਲ ਭਾਵੇਂ ਕੋਈ ਨਾ ਹੋਵੇ, ਪਰ ਜਦੋਂ ਕੋਈ ਦੂਜਾ ਹੱਸਦਾ ਮੈਨੂੰ ਵੀ ਹਾਸਾ ਆ ਜਾਂਦਾ ਹੈ। ਸੰਗੀਤ ਮੈਨੂੰ ਇੱਕਦਮ ਉਸ ਆਤਮਕ ਮਨੋਦਸ਼ਾ 'ਚ ਲੈ ਜਾਂਦਾ ਹੈ ਜਿਸ ਮਨੋਦਸ਼ਾ 'ਚ ਬਹਿ ਕੇ ਇਹਦੇ ਰਚਾਇਤਾਂ ਨੇ ਇਹਨੂੰ ਲਿਖਿਆ ਹੁੰਦਾ ਹੈ। ਮੇਰੀ ਆਤਮਾ ਉਹਦੀ ਆਤਮਾ ਨਾਲ ਇੱਕ ਮਿਕ ਹੋ ਜਾਂਦੀ ਹੈ ਤੇ ਮੈਂ ਸੰਗੀਤ ਦੇ ਨਾਲ ਨਾਲ ਇੱਕ ਮਨੋਦਸ਼ਾ ਤੋਂ ਦੂਜੀ ਮਨੋਦਸ਼ਾ 'ਚ ਵਹਿੰਦਾ ਤੁਰਿਆ ਜਾਂਦਾ। ਪਰ ਮੈਂ ਕਿਉਂ ਇਹਨਾਂ ਮਨੋਦਸ਼ਾਵਾਂ 'ਚ ਵਹਿ ਤੁਰਦਾ, ਇਹ ਮੈਂ ਨਹੀਂ ਕਹਿ ਸਕਦਾ। ਸੰਗੀਤ ਉਤੇਜਿਤ ਕਰਦਾ ਹੈ, ਪਰ ਕਿਸੇ ਖਾਸ ਉਦੇਸ਼ ਲਈ ਨਹੀਂ। ਜਦ ਫੌਜੀ ਬੈਂਡ ਵੱਜਦਾ ਤਾਂ ਸਿਪਾਹੀ ਮਾਰਚ ਕਰਦੇ ਹੈ, ਉਸ ਹਾਲਤ 'ਚ ਸੰਗੀਤ ਆਪਣਾ ਉਦੇਸ਼ ਪ੍ਰਾਪਤ ਕਰਦਾ ਹੈ। ਜਦ ਨਾਚ ਸੰਗੀਤ ਚੱਲਦਾ ਤੇ ਲੋਕ ਨੱਚਦੇ ਹਨ, ਇਸ ਤਰ੍ਹਾਂ ਵੀ ਸੰਗੀਤ ਆਪਣਾ ਉਦੇਸ਼ ਪ੍ਰਾਪਤ ਕਰਦਾ ਹੈ। ਪਰ ਬਾਕੀ ਸਭ ਹਾਲਤਾਂ ਵਿੱਚ ਇਹ ਭੜਕਾਉਂਦਾ ਹੈ, ਉਤੇਜਿਤ ਕਰਦਾ ਹੈ। ਇਸ ਉਤੇਜਨਾ ਨੂੰ ਵਰਤਣ ਦਾ ਕੋਈ ਢੰਗ ਨਹੀਂ ਸੁਝਾਉਂਦਾ।
ਚੀਨ 'ਚ ਸੰਗੀਤ ਕਾਨੂੰਨ ਦੇ ਅਧੀਨ ਹੈ। ਇਹ ਹੋਣਾ ਵੀ ਚਾਹੀਦਾ ਹੈ। ਕੀ ਇਸ ਗੱਲ ਦੀ ਖੁੱਲ੍ਹ ਦੇਣੀ ਚੰਗੀ ਗੱਲ ਹੈ ਕਿ ਅਚਾਨਕ ਮਿਲ ਪੈਣ ਵਾਲਾ ਕੋਈ ਆਦਮੀ ਕਿਸੇ ਇੱਕ ਥਾਂ ਉੱਤੇ ਜਾਂ ਬਹੁਤਿਆਂ ਉੱਤੇ ਆਪਣਾ ਤਿਲਿਸਮੀ ਪ੍ਰਭਾਵ ਪਾ ਕੇ ਉਹ ਤੋਂ ਜੋ ਜੀ ਆਵੇ ਕਰਾਵੇ? ਸਭ ਤੋਂ ਭੈੜੀ ਗੱਲ ਤਾਂ ਇਹ ਹੈ ਕਿ ਤਿਲਿਸਮੀ ਪ੍ਰਭਾਵ ਪਾਉਣ ਵਾਲਾ ਵਿਅਕਤੀ ਅਕਸਰ ਇਖਲਾਕੀ ਗੁਣਾਂ ਦਾ ਮਾਲਕ ਨਹੀਂ ਹੁੰਦਾ। ਅਚਾਨਕ ਮਿਲਣ ਵਾਲੇ ਵਿਅਕਤੀਆਂ ਵੱਲੋਂ ਵਰਤਿਆ ਜਾਣ ਵਾਲਾ ਇਹ ਖਤਰਨਾਕ ਹਥਿਆਰ ਹੈ। ਉਦਾਹਰਨ ਵਜੋਂ ਇਸ ਕਰੂਜ਼ਰ ਸੋਨਾਟਾ ਨੂੰ ਹੀ ਲੈ ਲਓ। ਪਹਿਲੀ ਚਲੰਤ ਲੈ ਨੂੰ ਕਿਵੇਂ ਕੋਈ ਅਜਿਹੇ ਕਮਰੇ 'ਚ ਵਜਾ ਸਕਦਾ ਜਿੱਥੇ ਖੁੱਲ੍ਹੇ ਗਲਮੇ ਵਾਲੀਆਂ ਨਵੇਂ ਫੈਸ਼ਨ ਦੀਆਂ ਪੁਸ਼ਾਕਾਂ ਵਾਲੀਆਂ ਇਸਤਰੀਆਂ ਬੈਠੀਆਂ ਹੋਣ? ਸੰਗੀਤ ਦੀ ਪ੍ਰਸ਼ੰਸਾ ਦੇ ਨਾਲ ਨਾਲ ਆਈਸਕ੍ਰੀਮਾਂ ਖਾਣੀਆਂ, ਗੱਪਾਂ ਮਾਰਨੀਆਂ ਕਿਵੇਂ ਸੰਭਵ ਹੈ? ਅਜਿਹਾ ਸੰਗੀਤ ਨਿਸ਼ਚਿਤ ਹਾਲਾਤ 'ਚ ਵਜਾਇਆ ਜਾਣਾ ਚਾਹੀਦਾ ਜਦੋਂ ਸੰਗੀਤ ਦੇ ਨਾਲ ਨਾਲ ਮੇਲ ਖਾਂਦੇ ਨਿਸ਼ਚਿਤ ਭਾਵਪੂਰਨ ਕਾਰਜ ਸਿਰੇ ਚੜਾਏ ਜਾਣ ਵਾਲੇ ਹੋਣ। ਅਜਿਹਾ ਸੰਗੀਤ ਸੁਣ ਕੇ ਪੈਦਾ ਹੋਣ ਵਾਲੀ ਮਨੋਦਸ਼ਾ 'ਚ ਜਿਹੜੀਆਂ ਭਾਵਨਾਵਾਂ ਉਤਪੰਨ ਹੁੰਦੀਆਂ ਉਹਨਾਂ ਦੀ ਪੂਰਤੀ ਹੋਣੀ ਵੀ ਜ਼ਰੂਰੀ ਹੈ। ਘੱਟੋ ਘੱਟ ਮੇਰੇ ਉੱਤੇ ਤਾਂ ਇਸ ਸੰਗੀਤ ਦਾ ਅਜਿਹਾ ਹੀ ਵਿਨਾਸ਼ਕਾਰੀ ਪ੍ਰਭਾਵ ਪਿਆ, ਇਉਂ ਜਾਪਦਾ ਸੀ ਜਿਵੇਂ ਇਹਨੇ ਮੇਰੇ ਅੰਦਰ ਬਿਲਕੁਲ ਹੀ ਨਵੀਆਂ ਭਾਵਨਾਵਾਂ, ਨਵੀਆਂ ਯੋਗਤਾਵਾਂ ਜਗਾਤੀਆਂ ਜਿਨ੍ਹਾਂ ਬਾਰੇ ਮੈਂ ਬਿਲਕੁਲ ਅਣਜਾਣ ਸੀ। ਮੈਨੂੰ ਕੋਈ ਅੰਦਰੋਂ ਹੀ ਕਹਿੰਦਾ ਸੁਣਾਈ ਦੇ ਰਿਹਾ ਸੀ ਕਿ ਇੰਝ ਹੀ ਹੁੰਦਾ ਹੈ, ਇੰਝ ਨਹੀਂ ਜਿਵੇਂ ਤੂੰ ਸੋਚਣ ਜਾਂ ਕਰਨ ਗਿੱਝਿਆ ਹੋਇਆ ਹੈ। ਇਹ ਨਵਾਂ ਢੰਗ ਅਸਲ 'ਚ ਕੀ ਸੀ ਮੈਂ ਦੱਸ ਨਹੀਂ ਸੀ ਸਕਦਾ, ਪਰ ਇਹ ਨਵੀਂ ਚੇਤਨਤਾ ਨਾਲ ਮੈਨੂੰ ਖੁਸ਼ੀ ਹੋਈ। ਕਰੂਜ਼ਰ ਸੋਨਾਟਾ ਅਗਨ ਗੀਤ ਵਿੱਚ ਪਿੱਛੋਂ ਉਹਨਾਂ ਨੇ ਇੱਕ ਚੀਜ਼ ਹੋਰ ਗਾਈ। ਮਹਿਮਾਨਾਂ ਦੀ ਫਰਮਾਇਸ਼ ਤੇ ਉਹਨਾਂ ਨੇ ਅਰਨੈਸਟ ਦਾ ਲਿਖਿਆ ਬਿਰਹੜਾ ਜਾਂ ਜਿਹਾ ਕੋਈ ਹੋਰ ਗੀਤ ਗਾਇਆ। ਉਹ ਸਾਰੀਆਂ ਹੀ ਭਾਵੇਂ ਚੰਗੀਆਂ ਚੀਜ਼ਾਂ ਸਨ, ਪਰ ਜਿਹੜਾ ਮੇਰੇ ਤੇ ਅਸਰ ਪਹਿਲਾਂ ਗਾਏ ਅਗਨ ਗੀਤ ਨੇ ਕੀਤਾ ਉਹਦਾ 10ਵਾਂ ਹਿੱਸਾ ਵੀ ਬਾਕੀ ਸਾਰਿਆਂ ਨੇ ਨਹੀਂ ਕੀਤਾ। ਅਗਨ ਗੀਤ ਦੇ ਪ੍ਰਭਾਵ ਅਧੀਨ ਹੀ ਮੈਂ ਬਾਕੀ ਗੀਤਾਂ ਨੂੰ ਸੁਣਿਆ। ਉਸ ਰਾਤ ਮੈਂ ਬਹੁਤ ਖੁਸ਼ ਰਿਹਾ, ਮੇਰਾ ਦਿਲ ਹੌਲਾ ਫੁੱਲ ਹੋ ਗਿਆ। ਪਤਨੀ ਨੂੰ ਮੈਂ ਪਹਿਲਾਂ ਕਦੇ ਇਸ ਰੂਪ 'ਚ ਨਹੀਂ ਸੀ ਵੇਖਿਆ। ਉਹਦੀਆਂ ਅੱਖਾਂ ਦੀ ਚਮਕ, ਗਾਉਣ ਸਮੇਂ ਉਹਦੇ ਚਿਹਰੇ ਦੀ ਮਹੱਤਵਪੂਰਨ ਗੰਭੀਰਤਾ, ਸਰੀਰਕ ਲਚਕ, ਗਾ ਕੇ ਹਟਣ ਪਿੱਛੋਂ ਦੀ ਆਨੰਦ ਭਰੀ ਪਰ ਗਮਗੀਨ ਮੁਸਕਰਾਹਟ, ਸਭ ਕਾਸੇ ਦੇ ਮੇਰੇ ਲਈ ਨਵੇਂ ਅਰਥ ਸੀ। ਮੈਂ ਸਮਝਿਆ ਉਹਦੇ ਅੰਦਰ ਵੀ ਮੇਰੇ ਵਾਂਗ ਹੀ ਨਵੀਆਂ ਅਣਚਾਹੀਆਂ ਭਾਵਨਾਵਾਂ ਜਾਗੀਆਂ ਹੋਣਗੀਆਂ। ਸ਼ਾਮ ਸਫਲਤਾ ਨਾਲ ਸਮਾਪਤ ਹੋ ਗਈ ਤੇ ਹਰ ਕੋਈ ਆਪਣੇ ਆਪਣੇ ਘਰ ਚਲਾ ਗਿਆ। ਸੰਗੀਤਕਾਰ ਨੂੰ ਪਤਾ ਸੀ ਕਿ 2 ਦਿਨਾਂ ਪਿੱਛੋਂ ਮੈਂ ਇੱਕ ਸੰਮੇਲਨ ਤੇ ਜਾ ਰਿਹਾ ਸੀ, ਇਸ ਲਈ ਤੁਰੰਤ ਸਮੇਂ ਉਹਨੇ ਆਖਿਆ, ਅੱਜ ਜਿਹੜਾ ਆਨੰਦ ਮੈਂ ਪ੍ਰਾਪਤ ਕੀਤਾ ਆਸ ਹੈ ਅਗਲੀ ਵਾਰ ਜਦ ਤੁਹਾਡੇ ਘਰ ਆਇਆ ਮੁੜ ਮਾਣ ਸਕਾਂਗਾ। ਇਹਦਾ ਭਾਵ ਮੈਂ ਇਹ ਸਮਝਿਆ ਕਿ ਉਹਦੇ ਮਾਸਕੋ ਤੋਂ ਜਾਣ ਤੋਂ ਪਹਿਲਾਂ ਮੈਂ ਸੰਮੇਲਨ ਤੋਂ ਵਾਪਸ ਨਹੀਂ ਆ ਸਕਦਾ, ਇਸ ਲਈ ਮੇਰੀ ਗੈਰ ਹਾਜ਼ਰੀ 'ਚੋਂ ਮੇਰੇ ਘਰ ਆਉਣਾ ਅਸੰਭਵ ਸਮਝਦਾ ਹੋਏਗਾ। ਮੈਂ ਹੀ ਸਮਝਿਆ ਕਿ ਮੈਂ ਉਹਨੂੰ ਦੁਬਾਰਾ ਨਹੀਂ ਮਿਲ ਸਕਾਂਗਾ। ਪਹਿਲੀ ਵਾਰ ਦਿਲੀ ਖੁਸ਼ੀ ਨਾਲ ਮੈਂ ਉਹਦਾ ਹੱਥ ਘੁੱਟਿਆ, ਸੰਗੀਤ ਪੇਸ਼ ਕਰਨ ਲਈ ਉਹਦਾ ਧੰਨਵਾਦ ਕੀਤਾ। ਮੇਰੀ ਪਤਨੀ ਤੋਂ ਵੀ ਉਹਨੇ ਇਉਂ ਹੀ ਵਿਦਾਇਗੀ ਮੰਗੀ ਜਿਵੇਂ ਲੰਮੇ ਸਮੇਂ ਲਈ ਵਿਛੜ ਰਿਹਾ ਹੋਵੇ। ਉਹਨਾਂ ਦੋਹਾਂ ਦਾ ਵਤੀਰਾ ਸੁਭਾਵਕ ਤੇ ਸ਼ਿਸ਼ਟਤਾਪੂਰਨ ਸੀ, ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਸੀ। ਹਰ ਗੱਲ ਬੜੀ ਸ਼ਾਨਦਾਰ ਸੀ। ਮੈਂ ਤੇ ਮੇਰੀ ਪਤਨੀ ਬਹੁਤ ਖੁਸ਼ ਸਾਂ। ਅੰਗ 24ਵਾਂ। 2 ਦਿਨਾਂ ਪਿੱਛੋਂ ਹੌਲੇ ਦਿਲ ਤੇ ਚੜ੍ਹਦੀਆਂ ਕਲਾਂ ਵਾਲੀ ਅਵਸਥਾ 'ਚ ਪਤਨੀ ਤੋਂ ਵਿਦਾ ਹੋ ਕੇ ਮੈਂ ਦਿਹਾਤੀ ਇਲਾਕੇ 'ਚ ਹੋਣ ਵਾਲੇ ਸੰਮੇਲਨ 'ਚ ਸ਼ਾਮਲ ਹੋਣ ਲਈ ਚਲਾ ਗਿਆ। ਦਿਹਾਤੀ ਇਲਾਕੇ 'ਚ ਦੇਖਣ ਵਾਲੀਆਂ ਬਹੁਤ ਚੀਜ਼ਾਂ ਹੁੰਦੀਆਂ। ਪਹਿਲੇ 2 ਦਿਨ ਮੈਂ ਲਗਾਤਾਰ 10-10 ਘੰਟੇ ਸੰਮੇਲਨ 'ਚ ਸ਼ਾਮਲ ਹੁੰਦਾ ਰਿਹਾ। ਤੀਜੇ ਦਿਨ ਮੈਨੂੰ ਪਤਨੀ ਦੀ ਚਿੱਠੀ ਮਿਲੀ। ਚਿੱਠੀ ਮੈਂ ਉਸੇ ਵੇਲੇ ਖੋਲ੍ਹ ਕੇ ਪੜ੍ਹ ਲਈ। ਉਹਨੇ ਬੱਚਿਆਂ ਬਾਰੇ, ਚਾਚੇ ਬਾਰੇ, ਨੌਕਰਾਣੀ ਬਾਰੇ, ਨਵੀਆਂ ਖਰੀਦੀਆਂ ਚੀਜ਼ਾਂ ਬਾਰੇ ਲਿਖਣ ਪਿੱਛੋਂ ਸਰਸਰੀ ਜੇ ਢੰਗ ਨਾਲ ਜਿਵੇਂ ਕਿਸੇ ਮਾਮੂਲੀ ਜੀ ਗੱਲ ਦਾ ਜ਼ਿਕਰ ਕਰੀਦਾ ਲਿਖਿਆ ਸੀ ਕਿ ਸੰਗੀਤਕਾਰ ਉਹ ਸੰਗੀਤ ਲੈ ਕੇ ਆਇਆ ਸੀ ਜਿਹਦਾ ਉਹਨੇ ਮੇਰੇ ਨਾਲ ਵਾਅਦਾ ਕੀਤਾ ਸੀ, ਪਰ ਮੈਨੂੰ ਉਹਦਾ ਕੋਈ ਵਾਅਦਾ ਯਾਦ ਨਹੀਂ ਸੀ। ਮੈਂ ਤਾਂ ਇਹੀ ਸਮਝਦਾ ਸੀ ਕਿ ਉਹ ਸਾਡੇ ਤੋਂ ਵਿਦਾਇਗੀ ਲੈ ਕੇ ਚਲਾ ਗਿਆ। ਇਹ ਗੱਲ ਪੜ੍ਹ ਕੇ ਮੈਨੂੰ ਵੀ ਦੁੱਖ ਹੋਇਆ ਤੇ ਹੈਰਾਨੀ ਵੀ। ਸ਼ਾਮ ਨੂੰ ਆਪਣੇ ਕਮਰੇ 'ਚ ਆ ਕੇ ਮੈਂ ਸਾਰੀ ਚਿੱਠੀ ਮੁੜ ਪੜ੍ਹੀ। ਮੇਰੀ ਗੈਰ ਹਾਜ਼ਰੀ 'ਚ ਸੰਗੀਤਕਾਰ ਦੇ ਮੇਰੇ ਘਰ ਆਉਣ ਦੀ ਦੁੱਖ ਭਰੀ ਖਬਰ ਪੜ੍ਹ ਕੇ ਮੈਨੂੰ ਮਹਿਸੂਸ ਹੋਇਆ ਕਿ ਸਾਰੀ ਚਿੱਠੀ ਕਿਸੇ ਤਣਾਅਪੂਰਨ ਅਵਸਥਾ 'ਚ ਲਿਖੀ ਗਈ ਹੈ। ਈਰਖਾ ਦਾ ਪਾਗਲ ਜਾਨਵਰ ਮੇਰੇ ਅੰਦਰ ਖੌਰੂ ਪਾਉਣ ਲੱਗਾ, ਪਰ ਮੈਂ ਇਹਨੂੰ ਛੇਤੀ ਕਾਬੂ ਕਰ ਲਿਆ ਕਿਉਂਕਿ ਮੈਂ ਇਹਦੀ ਵਹਿਸ਼ੀਆਨਾ ਸ਼ਕਤੀ ਤੋਂ ਡਰਦਾ ਸੀ। ਮੈਂ ਆਪਣੇ ਆਪ ਨੂੰ ਆਖਿਆ, ਈਰਖਾ ਕਿੰਨੀ ਘਟੀਆ ਚੀਜ਼ ਹੈ। ਜੋ ਕੁਝ ਉਹਨੇ ਲਿਖਿਆ ਉਸ ਨਾਲ ਸੁਭਾਵਕ ਗੱਲਾਂ ਹੋਰ ਕੀ ਹੋ ਸਕਦੀਆਂ। ਬਿਸਤਰੇ ਤੇ ਪੈ ਕੇ ਮੈਂ ਅਗਲੇ ਦਿਨ ਦੇ ਪ੍ਰੋਗਰਾਮ ਬਾਰੇ ਸੋਚਣ ਲੱਗ ਪਿਆ। ਆਮ ਤੌਰ ਤੇ ਉੱਪਰੇ ਬਿਸਤਰੇ ਤੇ ਨੀਂਦ ਬੜੀ ਮੁਸ਼ਕਿਲ ਨਾਲ ਆਉਂਦੀ ਹੈ, ਪਰ ਉਸ ਰਾਤੀ ਮੈਂ ਬੜੀ ਛੇਤੀ ਸੌਂ ਗਿਆ। ਪਰ ਜਿਵੇਂ ਕਈ ਵਾਰ ਹੁੰਦਾ, ਭੜਕਦੇ ਨੇ ਮੇਰੀ ਅੱਖ ਖੁੱਲ ਗਈ ਜਿਵੇਂ ਬਿਜਲੀ ਦਾ ਕਰੰਟ ਵੱਜਿਆ ਹੋਵੇ। ਅੱਖਾਂ 'ਚ ਨੀਂਦ ਦਾ ਕੋਈ ਨਾਂ ਨਿਸ਼ਾਨ ਨਹੀਂ ਸੀ। ਦਿਮਾਗ 'ਚ ਚਿੱਠੀ ਵਾਲੀਆਂ ਗੱਲਾਂ ਘੁੰਮ ਰਹੀਆਂ ਸਨ। ਮੇਰਾ ਸਰੀਰਕ ਪਿਆਰ ਵੀ ਜਾਗ ਗਿਆ ਸੀ। ਸੰਗੀਤ ਦਾ ਖਿਆਲ ਆਉਂਦਾ ਹੀ ਮੈਨੂੰ ਪੂਰਾ ਯਕੀਨ ਹੋ ਗਿਆ ਕਿ ਉਹ ਜੋ ਕੁਝ ਮੇਰੀ ਪਤਨੀ ਨਾਲ ਕਰਨਾ ਚਾਹੁੰਦਾ ਸੀ ਕਰ ਚੁੱਕਿਆ ਸੀ। ਮੈਂ ਦਲੀਲਾਂ 'ਚ ਪੈ ਗਿਆ,
ਆਪਣੇ ਆਪ ਨੂੰ ਸਮਝਾਉਣ ਲੱਗਾ, ਨਹੀਂ ਇਹ ਗੱਲ ਨਹੀਂ ਹੋ ਸਕਦੀ, ਇਉਂ ਸੋਚਣਾ ਤਾਂ ਨਿਰੀ ਬੇਵਕੂਫੀ ਹੈ। ਅਜਿਹੀਆਂ ਗੱਲਾਂ ਸੋਚ ਕੇ ਤਾਂ ਤੂੰ ਪਤਨੀ ਤੇ ਆਪਣੇ ਆਪ ਨੂੰ ਨੀਵਾਂ ਕਰ ਰਿਹਾ ਹੈ। ਕਿੱਥੇ ਪਹਾੜੇ ਦਾ ਟੱਟੂ ਉਹ ਸੰਗੀਤਕਾਰ, ਕਿੱਥੇ ਇੱਜ਼ਤਦਾਰ ਇੰਨੇ ਬੱਚਿਆਂ ਦੀ ਮਾਂ ਮੇਰੀ ਪਤਨੀ, ਕੋਈ ਮੇਲ ਹੈ? ਕਿੱਥੇ ਰਾਜਾ ਭੋਜ, ਕਿੱਥੇ ਗੰਗੂ ਤੇਲੀ। ਪਰ ਮੇਰੇ ਅੰਦਰਲਾ ਈਰਖਾਈ ਪਤੀ ਆਖ ਰਿਹਾ ਸੀ ਕਿ ਇਹ ਤੋਂ ਬਿਨਾਂ ਹੋਣ ਵਾਲੀ ਹੋਰ ਕਿਹੜੀ ਗੱਲ ਹੁੰਦੀ ਹੈ। ਇਸੇ ਗੱਲ ਖਾਤਰ ਹੀ ਮੈਂ ਵਿਆਹ ਕਰਵਾਇਆ ਸੀ, ਉਹਦੇ ਨਾਲ ਰਹਿ ਰਿਹਾ। ਇਹੀ ਇੱਕੋ ਇੱਕ ਗੱਲ ਤਾਂ ਹੈ ਜਿਹਦੀ ਮੈਨੂੰ ਤਲਬ ਲੱਗੀ ਰਹਿੰਦੀ ਹੈ। ਫਿਰ ਉਹ ਛੜਾ ਹੈ, ਸਿਹਤ ਵੀ ਚੰਗੀ ਹੈ। ਮੈਨੂੰ ਯਾਦ ਆਇਆ ਉਹ ਕਿਵੇਂ ਮੀਟ ਦੀਆਂ ਬੋਟੀਆਂ ਆਪਣੀ ਜੜ੍ਹਾਂ ਹੇਠ ਪੀਂਦਾ ਸੀ। ਖੂਬ ਮੋਟਾ ਤਾਜ਼ਾ, ਹਰ ਸਮੇਂ ਬਣਿਆ ਠਣਿਆ ਰਹਿੰਦਾ। ਬੇਅਸੂਲੇ ਉਸ ਬੰਦੇ ਦਾ ਸਿਰਫ ਇੱਕ ਅਸੂਲ ਕਿ ਹੱਥ ਆਏ ਅਜਿਹੇ ਹਰ ਅਵਸਰ ਦਾ ਲਾਭ ਉਠਾਇਆ ਜਾਵੇ। ਇਹ ਤੋਂ ਇਲਾਵਾ ਮੇਰੀ ਪਤਨੀ ਤੇ ਉਹ ਸੰਗੀਤ ਦੀ ਡੋਰ ਨਾਲ ਬੰਨੇ ਹੋਏ ਆ। ਇਹੀ ਡੋਰ ਕਾਮ ਚੇਸ਼ਟਾ ਨੂੰ ਪੂਰਾ ਕਰਨ ਲਈ ਸਭ ਤੋਂ ਵਧੀਆ ਸ਼ਿਸ਼ਟ ਚੀਜ਼ ਹੈ। ਹਰ ਚੀਜ਼ ਉਹਨੂੰ ਉਤੇਜਿਤ ਕਰਨ ਵਾਲੀ ਹੈ। ਮੇਰੀ ਪਤਨੀ ਉਹ ਵੀ ਕੀ ਹੈ, ਇੱਕ ਰਹੱਸ। ਮੇਰੇ ਲਈ ਉਹ ਹਮੇਸ਼ਾ ਇੱਕ ਰਹੱਸ ਹੀ ਰਹੀ ਹੈ। ਕੋਈ ਵੀ ਪਸ਼ੂ ਆਪਣੇ ਆਪ ਉੱਤੇ ਕਾਬੂ ਨਹੀਂ ਰੱਖ ਸਕਦਾ। ਮੈਂ ਐਸੀ ਪਸ਼ੂ ਸੁਭਾਅ ਤੋਂ ਵਾਕਫ ਹਾਂ, ਨਾ ਹੀ ਉਹਨੂੰ ਰੱਖਣਾ ਚਾਹੀਦਾ ਹੈ। ਫਿਰ ਮੈਨੂੰ ਯਾਦ ਆਇਆ ਉਹਨਾਂ ਦੇ ਚਿਹਰਿਆਂ ਦਾ ਰੰਗ ਜਦੋਂ ਉਸ ਸ਼ਾਮ ਉਹਨਾਂ ਦੇ ਅਗਨ ਗੀਤ ਪਿੱਛੋਂ ਕੋਈ ਜਜ਼ਬਾਤੀ ਜਿਹਾ ਗੀਤ ਗਾਇਆ ਸੀ। ਪਤਾ ਨਹੀਂ ਕਿਹਦਾ ਲਿਖਿਆ ਸੀ, ਪਰ ਸੀ ਉਹ ਕੋਈ ਵਿਲਾਸਮਈ ਚੌਂਦੀ ਚੀਜ਼। ਮੈਂ ਚਲਾ ਕਿਉਂ ਆਇਆ? ਉਹਨਾਂ ਦੇ ਚਿਹਰਿਆਂ ਦੇ ਰੰਗ ਯਾਦ ਆਉਣ ਤੇ ਮੈਂ ਆਪਣੇ ਆਪ ਨੂੰ ਆਖਿਆ ਕਿ ਇਹ ਤੋਂ ਸਾਫ਼ ਜ਼ਾਹਰ ਨਹੀਂ ਹੁੰਦਾ ਕਿ ਉਹਨਾਂ ਵਿਚਾਲੇ ਸਭ ਕੁਝ ਉਸੇ ਸ਼ਾਮ ਵਾਪਰ ਚੁੱਕਿਆ ਸੀ। ਉਦੋਂ ਮੈਂ ਖਾਸ ਕਰ ਪਤਨੀ ਕੀ ਇਸ ਗੱਲੋਂ ਸ਼ਰਮਸਾਰ ਨਹੀਂ ਸੀ। ਜਦ ਮੈਂ ਪਿਆਨੋ ਕੋਲ ਪਹੁੰਚਿਆ ਸੀ ਤਾਂ ਕਿਵੇਂ ਉਹਨੇ ਆਪਣੇ ਮੁੜਕੀ ਹੋਈ ਗੁਲਾਬੀ ਚਿਹਰਾ ਪੂੰਝਿਆ ਸੀ। ਉਦੋਂ ਵੀ ਉਹ ਇੱਕ ਦੂਜੇ ਤੋਂ ਨਜ਼ਰਾਂ ਚੁਰਾਉਂਦੇ ਰਹੇ ਸਨ। ਖਾਣੇ ਸਮੇਂ ਜਦ ਸੰਗੀਤਕਾਰ ਨੇ ਪਤਨੀ ਨੂੰ ਪਾਣੀ ਦਾ ਗਲਾਸ ਪੇਸ਼ ਕੀਤਾ ਤਾਂ ਕਿਵੇਂ ਦੋਵਾਂ ਦੀਆਂ ਅੱਖਾਂ ਚਾਰ ਹੋਈਆਂ ਸਨ। ਉਹਨਾਂ ਦੀ ਮਿਲਣੀ ਤੇ ਭੇਦ ਭਰੀ ਮੁਸਕਰਾਹਟ ਯਾਦ ਕਰਕੇ ਨਫ਼ਰਤ ਨਾਲ ਮੇਰਾ ਸਾਰਾ ਸਰੀਰ ਝੰਜੋੜਿਆ ਗਿਆ। ਸਭ ਕੁਝ ਖਤਮ ਹੋ ਚੁੱਕਿਆ। ਇੱਕ ਆਵਾਜ਼ ਮੈਨੂੰ ਆਖ ਰਹੀ ਸੀ, ਪਰ ਦੂਜੀ ਆਵਾਜ਼ ਆਖ ਰਹੀ ਸੀ, ਤੈਨੂੰ ਕੁਝ ਹੋ ਗਿਆ, ਤੂੰ ਅਜਿਹੀ ਗੱਲ ਬਾਰੇ ਸੋਚ ਰਿਹਾ ਜਿਹਦਾ ਸੱਚ ਹੋਣਾ ਸੰਭਵ ਹੀ ਨਹੀਂ ਹੈ। ਮੈਂ ਮਾਚਿਸ ਜਲਾਈ। ਇੱਥੇ ਚਾਨਣ 'ਚ ਮੈਨੂੰ ਪੀਲੇ ਕਾਗਜ਼ ਨਾਲ ਢੱਕੀਆਂ ਕੰਧਾਂ ਵਾਲੇ ਕਮਰੇ ਤੋਂ ਡਰ ਲੱਗਣ ਲੱਗ ਪਿਆ। ਮੈਂ ਸਿਗਰਟ ਫੂਕੀ ਜਾ ਰਿਹਾ ਸੀ। ਬਾਕੀ ਦੀ ਸਾਰੀ ਰਾਤ ਮੈਂ ਸੌ ਨਾ ਸਕਿਆ ਤੇ ਜਦੋਂ ਸਮੱਸਿਆ ਦਾ ਬੋਝ ਬਰਦਾਸ਼ਤ ਤੋਂ ਬਾਹਰ ਹੋ ਗਿਆ, ਮੈਂ 5 ਵਜੇ ਫੈਸਲਾ ਕਰ ਲਿਆ ਕਿ ਮੈਨੂੰ ਛੇਤੀ ਤੋਂ ਛੇਤੀ ਘਰ ਪਹੁੰਚਣਾ ਚਾਹੀਦਾ ਹੈ। ਉੱਠਿਆ, ਆਪਣੀ ਸੇਵਾ ਵਾਸਤੇ ਮੇਰੇ ਚੌਕੀਦਾਰ ਨੂੰ ਬੁਲਾਇਆ, ਉਹਨੂੰ ਘੋੜੀ ਲਿਆ ਕੇ ਮੇਰੇ ਲਈ ਬੱਗੀ ਤਿਆਰ ਕਰਨ ਲਈ ਕਿਹਾ। ਸੰਮੇਲਨ ਦੇ ਪ੍ਰਬੰਧਕਾਂ ਵਾਲੇ ਕਾਗਜ਼ੀ ਭੇਜ ਦਿੱਤੀ ਕਿ ਜਿਸ 'ਚ ਲਿਖ ਦਿੱਤਾ ਕਿ ਅਚਾਨਕ ਜ਼ਰੂਰੀ ਕੰਮ ਲਈ ਮੈਨੂੰ ਮਾਸਕੋ ਬੁਲਾਇਆ ਗਿਆ, ਇਸ ਲਈ ਮੇਰੀ ਥਾਂ ਤੁਸੀਂ ਕੋਈ ਹੋਰ ਬੰਦਾ ਨਿਯੁਕਤ ਕਰ ਲਓ। 8 ਵਜੇ ਮੈਂ 4 ਪਹੀਆਂ ਵਾਲੀ ਬੱਗੀ 'ਚ ਬਹਿ ਕੇ ਉੱਥੋਂ ਚਲਾ ਆਇਆ। ਅੰਗ 25ਵਾਂ। ਚੈੱਕ ਕਰਾਇਆ। ਉਹਨੇ ਸਾਡੇ ਡੱਬੇ ਦੀ ਖਤਮ ਹੋ ਰਹੀ ਮੋਮਬੱਤੀ ਬੁਝਾਤੀ, ਪਰ ਉਹਦੀ ਥਾਂ ਹੋਰ ਮੋਮਬੱਤੀ ਨਾ ਲਗਾਈ। ਬਾਹਰ ਚਾਨਣ ਹੋ ਰਿਹਾ ਸੀ। ਪੋਜ਼ਨੀ ਸ਼ਿਵ ਨੇ ਲੰਮਾ ਹੌਕਾ ਲਿਆ। ਚੈਕਰ ਦੇ ਜਾਣ ਦੀ ਉਡੀਕ 'ਚੋਂ ਚੁੱਪਚਾਪ ਬੈਠਾ ਰਿਹਾ। ਡੱਬੇ 'ਚ ਮੂੰਹ ਹਨੇਰਾ ਸੀ। ਗੱਡੀ ਦੀਆਂ ਖਿੜਕੀਆਂ ਦੀ ਖੜ ਤੇ ਦੁਕਾਨ ਸਹਾਇਕ ਦੇ ਘੁਰਾੜਿਆਂ ਤੋਂ ਬਿਨਾਂ ਹੋਰ ਕੋਈ ਆਵਾਜ਼ ਨਹੀਂ ਸੀ। ਪੌ ਫੁਟਾਲੇ ਦੇ ਘੁਸਮਸੇ ਚਾਨਣ 'ਚ ਮੈਂ ਉਹਨੂੰ ਦੇਖ ਨਹੀਂ ਸੀ ਸਕਦਾ, ਪਰ ਉਹਦੀ ਆਵਾਜ਼ ਸੁਣ ਸਕਦਾ ਸੀ। ਉਹਦੀ ਕੰਬਦੀ ਆਵਾਜ਼ ਤੋਂ ਸਾਫ਼ ਪ੍ਰਗਟ ਹੁੰਦਾ ਸੀ ਕਿ ਉਹਦੀ ਵਿਆਕੁਲਤਾ ਤੇ ਪੀੜ ਵੱਧ ਗਈ ਸੀ। ਬੱਗੀ ਦੇ 24 ਮੀਲ ਦੇ ਸਫ਼ਰ ਤੋਂ ਅੱਗੇ 8 ਘੰਟੇ ਮੇਰਾ ਰੇਲ ਦਾ ਸਫ਼ਰ ਸੀ। ਬੱਗੀ ਦਾ ਸਫ਼ਰ ਬਹੁਤ ਹੀ ਮਜ਼ੇਦਾਰ ਸੀ। ਪਤਝੜ ਦੀ ਕਕਰੀਲੀ ਸਵੇਰ, ਚੜ੍ਹਦੇ ਸੂਰਜ ਦੀ ਨਿਖਰੀ ਧੁੱਪ, ਪੱਧਰੀ ਗਲੀ, ਸੜਕ ਤੇ ਬੱਗੀ ਦੇ ਟਾਇਰਾਂ ਦੇ ਠੱਪਿਆਂ ਵਰਗੇ ਨਿਸ਼ਾਨ। ਸੂਰਜ ਨਿਕਲਣ ਪਿੱਛੋਂ ਮੈਂ ਠੀਕ ਮਹਿਸੂਸ ਕਰਨ ਲੱਗ ਪਿਆ ਸੀ। ਹਾਲਾਂ ਅੱਗੇ ਜੁੜੇ ਘੋੜਿਆਂ, ਖੇਤਾਂ ਤੇ ਲੰਘ ਰਹੇ ਲੋਕਾਂ ਵੱਲ ਦੇਖਦਾ ਭੁੱਲ ਹੀ ਗਿਆ ਸੀ ਕਿ ਮੈਂ ਕਿੱਥੇ ਜਾ ਰਿਹਾ ਸੀ। ਕਈ ਵਾਰੀ ਇਉਂ ਵੀ ਅਨੁਭਵ ਹੋਇਆ ਕਿ ਮੈਂ ਸਿਰਫ ਸੈਰ ਕਰ ਰਿਹਾ। ਮੈਨੂੰ ਅਸਲ ਗੱਲ ਭੁੱਲਣ 'ਚ ਖੁਸ਼ੀ ਮਹਿਸੂਸ ਹੋ ਰਹੀ ਸੀ। ਅਸਲ ਗੱਲ ਦਾ ਚੇਤਾ ਆਉਂਦਿਆਂ ਤਾਂ ਮੈਂ ਆਪਣੇ ਆਪ ਨੂੰ ਕਹਿੰਦਾ, ਐਵੇਂ ਨਾ ਕਲਪ, ਸਭ ਕੁਝ ਆਪਣੇ ਆਪ ਠੀਕ ਹੋ ਜਾਏਗਾ। ਪਰ ਅਚਾਨਕ ਇੱਕ ਘਟਨਾ ਵਾਪਰ ਗਈ ਜਿਸ ਕਾਰਨ ਮੇਰੀ ਇਕਾਗਰਤਾ ਭੰਗ ਹੋ ਗਈ। ਬੱਗੀ ਟੁੱਟ ਗਈ। ਉਹਦੀ ਮੁਰੰਮਤ ਹੋਣ ਤੱਕ ਮਜਬੂਰਨ ਮੈਨੂੰ ਰੁਕਣਾ ਪਿਆ। ਇਸ ਹਾਦਸੇ ਕਾਰਨ ਬੜੇ ਖਤਰਨਾਕ ਨਤੀਜੇ ਨਿਕਲੇ। ਇਸੇ ਦੇਰੀ ਕਾਰਨ ਐਕਸਪ੍ਰੈਸ ਖੁੰਝ ਗਈ ਤੇ ਮੈਨੂੰ ਡਾਕ ਗੱਡੀ ਫੜਨੀ ਪਈ, ਜਿਹਦਾ ਸਿੱਟਾ ਇਹ ਹੋਇਆ ਕਿ 5 ਵਜੇ ਮਾਸਕੋ ਪਹੁੰਚਣ ਦੀ ਬਜਾਏ ਮੈਂ ਰਾਤ ਦੇ 12 ਵਜੇ ਪੜਿਆ। ਬੱਗੀ ਦੀ ਮੁਰੰਮਤ ਹੋ ਰਹੀ ਸੀ। ਸਮਾਂ ਬਿਤਾਉਣਾ ਮੁਸ਼ਕਿਲ ਹੋ ਰਿਹਾ ਸੀ। ਨਿੱਕੀਆਂ ਗੱਲਾਂ ਜਿਵੇਂ ਅਗਲਾ ਸਫ਼ਰ, ਮੁਰੰਮਤ ਦੀ ਚਿੰਤਾ, ਕਿਰਾਏ ਦਾ ਹਿਸਾਬ ਕਿਤਾਬ, ਹੋਟਲ ਦੇ ਨੌਕਰ ਨਾਲ ਹੋਈ ਗੱਲਬਾਤ ਬਾਰੇ ਸੋਚ ਕੇ ਮੈਂ ਸਮਾਂ ਲੰਘਾਇਆ। ਅਖੀਰ ਸ਼ਾਮ ਤੱਕ ਬੱਗੀ ਠੀਕ ਹੋ ਗਈ ਸੀ। ਰਾਤ ਨੂੰ ਸਫ਼ਰ ਕਰਨਾ ਹੋਰ ਵੀ ਸੁਆਦਲਾ ਜਾਪਦਾ ਸੀ। ਚੰਦ ਦਾ ਚਾਨਣ, ਹਲਕੀ ਠੰਡ, ਵਧੀਆ ਪੱਧਰੀ ਸੜਕ, ਵਧੀਆ ਘੋੜੇ, ਖੁਸ਼ ਮਿਜਾਜ਼ ਕੋਚਵਾਨ, ਸਾਰੀਆਂ ਗੱਲਾਂ ਦਾ ਰੱਜ ਕੇ ਸੁਆਦ ਮਾਣ ਰਿਹਾ ਸੀ। ਜਾਂ ਸ਼ਾਇਦ ਮੈਂ ਜਾਣਦਾ ਸੀ ਕਿ ਅੱਗੇ ਕਿਹੜੀ ਚੀਜ਼ ਮੈਨੂੰ ਉਡੀਕ ਰਹੀ ਹੈ, ਇਸ ਲਈ ਜ਼ਿੰਦਗੀ ਦੀਆਂ ਖੁਸ਼ੀਆਂ ਨੂੰ ਢੀਕ ਲਾ ਕੇ ਪੀ ਜਾਣਾ ਚਾਹੁੰਦਾ ਸੀ।
ਪਰ ਖੁਸ਼ੀਆਂ ਦਾ ਮੇਰਾ ਇਹ ਭਰਮ ਜਾਲ ਆਪਣੀਆਂ ਅੰਦਰਲੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕਰਨ ਦਾ ਯਤਨ ਬੱਗੀ ਦੇ ਸਫ਼ਰ ਨਾਲ ਹੀ ਖਤਮ ਹੋ ਗਿਆ। ਰੇਲ ਦੇ ਡੱਬੇ 'ਚ ਪੈਰ ਧਰਨ ਸਾਰ ਮੇਰੀ ਮਾਨਸਿਕ ਹਾਲਤ ਬਿਲਕੁਲ ਬਦਲ ਗਈ। ਖੁਸ਼ੀਆਂ ਤਾਂ ਕਿਧਰੇ ਬੱਗੀ 'ਚ ਹੀ ਰਹਿ ਗਈਆਂ। ਮੇਰੇ ਨਾਲ ਹੁਣ ਸਫ਼ਰ ਕਰ ਰਹੇ ਸਨ ਮੇਰੀਆਂ ਚਿੰਤਾਵਾਂ, ਸੰਤਾਪ, ਮੇਰਾ ਅੰਦਰਲਾ ਸੰਘਰਸ਼, ਮੇਰੀ ਵੇਦਨਾ। ਜਾਂ ਸ਼ਾਇਦ ਰੇਲ ਦਾ ਸਫ਼ਰ ਹਮੇਸ਼ਾ ਹੀ ਅਜਿਹਾ ਅਸਰ ਕਰਦਾ ਹੋਵੇ। ਖੈਰ, ਕਾਰਨ ਭਾਵੇਂ ਕੁਝ ਵੀ ਹੋਵੇ, ਜਿਉਂ ਹੀ ਡੱਬੇ 'ਚ ਮੈਂ ਆਪਣੀ ਸੀਟ ਤੇ ਬੈਠਾ ਮੇਰੀ ਕਲਪਨਾ ਬੇਕਾਬੂ ਹੋ ਗਈ। ਉਹਨੇ ਮੇਰੀ ਈਰਖਾ ਨੂੰ ਉਤੇਜਿਤ ਕਰਨ ਲਈ ਭਾਂਤ-ਭਾਂਤ ਦੀਆਂ ਤਸਵੀਰਾਂ ਮੇਰੇ ਸਾਹਮਣੇ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ। ਹਰ ਤਸਵੀਰ ਪਹਿਲੀ ਨਾਲੋਂ ਵੀ ਗੰਦੀ ਹੁੰਦੀ। ਸਾਰੀਆਂ ਤਸਵੀਰਾਂ ਇਹੀ ਦਿਖਾ ਰਹੀਆਂ ਸੀ ਕਿ ਮੇਰੀ ਗੈਰ ਹਾਜ਼ਰੀ 'ਚ ਮੇਰੀ ਪਤਨੀ ਕਿਹੋ ਜਿਹੇ ਚੰਦ ਚੜ੍ਹਾ ਰਹੀ ਹੈ, ਕਿਹੋ ਜਿਹੇ ਗੁੱਲ ਖਿਲਾ ਰਹੀ ਸੀ। ਮੈਂ ਗੁੱਸੇ ਭਰੀ ਨਫ਼ਰਤ ਦੀ ਅੱਗ 'ਚ ਭੁੱਜ ਰਿਹਾ ਸੀ ਤੇ ਇਹਨਾਂ ਤਸਵੀਰਾਂ ਰਾਹੀਂ ਆਪਣੀ ਮਿੱਟੀ ਪਲੀਤ ਹੁੰਦੀ ਵੇਖ ਕੇ ਖੁਸ਼ ਹੋ ਰਿਹਾ ਸੀ। ਇਹਨਾਂ ਤਸਵੀਰਾਂ ਨੂੰ ਮੈਂ ਆਪਣੀਆਂ ਅੱਖਾਂ ਤੋਂ ਪਰੇ ਨਹੀਂ ਸੀ ਕਰ ਸਕਦਾ, ਆਪਣੀਆਂ ਅੱਖਾਂ ਉਹਨਾਂ ਉੱਪਰੋਂ ਚੁੱਕ ਨਹੀਂ ਸੀ ਸਕਦਾ, ਆਪਣੇ ਦਿਮਾਗ ਨੂੰ ਅਜਿਹੀਆਂ ਤਸਵੀਰਾਂ ਬਣਾਉਣ ਤੋਂ ਰੋਕ ਨਹੀਂ ਸੀ ਸਕਦਾ। ਜਿਸ ਸਪਸ਼ਟਤਾ ਨਾਲ ਉਹ ਮੇਰੇ ਦਿਮਾਗ 'ਚ ਰੂਪਮਾਨ ਹੋ ਰਹੀਆਂ ਸੀ, ਮੈਨੂੰ ਯਕੀਨ ਹੁੰਦਾ ਜਾ ਰਿਹਾ ਸੀ ਕਿ ਉਹ ਸੱਚੀਆਂ ਸੀ। ਮੇਰੀ ਮਰਜ਼ੀ ਦੇ ਉਲਟ ਕੋਈ ਰਾਖਸ਼, ਅਜੀਬ ਮਨ ਘੜਤ ਭਿਆਨਕ ਵਿਚਾਰ ਮੇਰੇ ਕੰਨਾਂ 'ਚ ਬੋਲੀ ਜਾ ਰਹੇ ਸੀ। ਕਈ ਸਾਲ ਪਹਿਲਾਂ ਸੰਗੀਤਕਾਰ ਦੇ ਭਰਾ ਨਾਲ ਹੋਈ ਗੱਲਬਾਤ ਵੀ ਮੈਨੂੰ ਯਾਦ ਆ ਰਹੀ ਸੀ ਤੇ ਮੈਂ ਆਪਣੀ ਦੂਸ਼ਿਤ ਮਾਨਸਿਕ ਖੁਸ਼ੀ ਦੀ ਅਵਸਥਾ 'ਚ ਉਹਦੀ ਪਤਨੀ ਤੇ ਸੰਗੀਤਕਾਰ ਨਾਲ ਜੋੜ ਕੇ ਆਪਣੇ ਜ਼ਖਮੀ ਦਿਲ ਨੂੰ ਲਹੂ ਲੁਹਾਨ ਕਰ ਰਿਹਾ ਸੀ। ਇਹ ਗੱਲਬਾਤ ਕਈ ਸਾਲ ਪਹਿਲਾਂ ਹੋਈ ਸੀ, ਪਰ ਮੈਨੂੰ ਅਜੇ ਵੀ ਚੰਗੀ ਤਰ੍ਹਾਂ ਯਾਦ ਸੀ। ਇੱਕ ਦਿਨ ਮੈਂ ਸੰਗੀਤਕਾਰ ਦੇ ਭਰਾ ਨੂੰ ਪੁੱਛਿਆ, ਤੂੰ ਕਦੇ ਵੇਸਵਾਵਾਂ ਕੋਲ ਗਿਆ? ਉਹਦਾ ਉੱਤਰ ਸੀ, ਕੋਈ ਸ਼ਰੀਫ ਆਦਮੀ ਅਜਿਹੀ ਥਾਂ ਕਿਉਂ ਜਾਵੇ ਜਿੱਥੇ ਉਹਨੂੰ ਬਿਮਾਰੀ ਲੱਗਣ ਦਾ ਡਰ ਹੋਵੇ ਤੇ ਜਿੱਥੇ ਜਾਣਾ ਆਮ ਤੌਰ ਤੇ ਗੰਦਾ ਤੇ ਨੀਚ ਕੰਮ ਸਮਝਿਆ ਜਾਂਦਾ ਹੋਵੇ, ਜਦ ਕਿ ਉਹਨੂੰ ਇੱਜ਼ਤਦਾਰ ਇਸਤਰੀ ਮਿਲ ਸਕਦੀ ਹੋਵੇ। ਹੁਣ ਉਹਦੇ ਭਰਾ ਨੂੰ ਮੇਰੀ ਪਤਨੀ ਮਿਲ ਗਈ ਸੀ। ਮੈਂ ਮਨ ਹੀ ਮਨ ਸੋਚ ਰਿਹਾ ਸੀ, ਠੀਕ ਹੈ, ਉਹ ਕੋਈ ਨਵੀਂ ਨਵੇਲੀ ਨਹੀਂ। ਖੱਬੇ ਪਾਸੇ ਉਹਦਾ ਇੱਕ ਦੰਦ ਵੀ ਉਖੜਿਆ ਹੋਇਆ, ਮੋਟੀ ਵੀ ਹੋ ਗਈ ਹੈ। ਤੇ ਮੈਂ ਸੰਗੀਤਕਾਰ ਦੀ ਵਕਾਲਤ ਕਰਦਿਆਂ ਸੋਚਿਆ, ਪਰ ਕੀਤਾ ਕੀ ਜਾਏ, ਬੰਦੇ ਨੂੰ ਜੋ ਕੁਝ ਮਿਲੇ ਸਵੀਕਾਰ ਕਰ ਲੈਣਾ ਚਾਹੀਦਾ। ਫਿਰ ਮੈਂ ਆਪਣੇ ਆਪ ਨੂੰ ਕਿਹਾ, ਹਾਂ, ਉਹਨੂੰ ਆਪਣੀ ਪ੍ਰੇਮਿਕਾ ਬਣਾ ਕੇ ਉਸ ਤੇ ਅਹਿਸਾਨ ਕਰ ਰਿਹਾ, ਫਿਰ ਉਹ ਤੋਂ ਬਿਮਾਰੀ ਲੱਗਣ ਦਾ ਕੋਈ ਡਰ ਨਹੀਂ। ਪਰ ਤੂੰ ਸੋਚੀ ਕੀ ਜਾ ਰਿਹਾ? ਅਜਿਹੀ ਕੋਈ ਗੱਲ ਨਹੀਂ ਵਾਪਰੀ। ਅਜਿਹੀ ਗੱਲ ਤੇ ਵਿਸ਼ਵਾਸ ਕਰਨ ਲਈ ਤੇਰੇ ਕੋਲ ਕੋਈ ਸਬੂਤ ਨਹੀਂ ਹੈ। ਕੀ ਤੈਨੂੰ ਉਹਨੇ ਖੁਦ ਹੀ ਨਹੀਂ ਸੀ ਆਖਿਆ ਕਿ ਅਜਿਹੇ ਆਦਮੀ ਨਾਲ ਈਰਖਾ ਕਰਨੀ ਤੇਰੀ ਸ਼ਾਨ ਦੇ ਉਲਟ ਹੈ? ਹਾਂ, ਆਖਿਆ ਸੀ, ਪਰ ਉਹ ਝੂਠ ਬੋਲ ਰਹੀ ਸੀ। ਮੈਂ ਅੰਦਰੇ ਅੰਦਰ ਵੱਟ ਖਾਧਾ। ਫਿਰ ਸਾਰਾ ਕੁਝ ਪਹਿਲਾਂ ਵਾਂਗ ਹੀ ਸ਼ੁਰੂ ਹੋ ਗਿਆ। ਮੈਥੋਂ ਬਿਨਾਂ ਡੱਬੇ 'ਚ ਦੋ ਮੁਸਾਫਰ ਹੋਰ ਸੀ, ਇੱਕ ਬੁੱਢੀ ਤੇ ਦੂਜਾ ਉਹਦਾ ਪਤੀ। ਉਹ ਦੋਨੋਂ ਚੁੱਪਚਾਪ ਬੈਠੇ ਸੀ। ਕਿਸੇ ਸਟੇਸ਼ਨ ਤੇ ਉਹ ਵੀ ਉਤਰ ਗਏ। ਮੈਂ ਇਕੱਲਾ ਰਹਿ ਗਿਆ। ਮੈਨੂੰ ਜਾਪਿਆ ਜਿਵੇਂ ਪਿੰਜਰੇ 'ਚ ਬੰਦ ਮੈਂ ਕੋਈ ਜਾਨਵਰ ਹੋਵਾਂ। ਇੱਕਦਮ ਘਬਰਾ ਕੇ ਮੈਂ ਖਿੜਕੀ ਕੋਲ ਗਿਆ। ਫਿਰ ਡਿੱਕ ਡੋਲੇ ਖਾਂਦਾ ਮੈਂ ਡੱਬੇ ਦੇ ਚੱਕਰ ਕੱਟਣ ਲੱਗ ਪਿਆ, ਜਿਵੇਂ ਮੇਰੇ ਤੁਰਨ ਫਿਰਨ ਨਾਲ ਗੱਡੀ ਦੀ ਰਫ਼ਤਾਰ ਤੇਜ਼ ਹੋ ਜਾਏਗੀ। ਪਰ ਗੱਡੀ ਆਪਣੇ ਬੈਂਚਾਂ, ਖਿੜਕੀਆਂ ਸਮੇਤ ਹਿਚਕੋਲੇ ਖਾਂਦੀ ਉਸੇ ਰਫ਼ਤਾਰ ਨਾਲ ਜਾ ਰਹੀ ਸੀ। ਉਹ ਇੱਕਦਮ ਖੜਾ ਹੋ ਗਿਆ, 2-4 ਕਦਮ ਤੁਰ ਕੇ ਮੁੜ ਆਪਣੀ ਸੀਟ ਤੇ ਆ ਬੈਠਾ। ਕਦੇ ਕਦੇ ਮੈਂ ਬਹੁਤ ਡਰ ਜਾਂਦਾ, ਗੱਡੀ ਦੇ ਸਫ਼ਰ 'ਚ ਮੇਰਾ ਸਾਹ ਸੁੱਕ ਜਾਂਦਾ ਹੈ। ਉਹਨੇ ਕਹਾਣੀ ਮੁੜ ਸ਼ੁਰੂ ਕਰਦਿਆਂ ਆਖਿਆ, ਮੈਂ ਆਪਣੇ ਆਪ ਨੂੰ ਬਾਰ-ਬਾਰ ਆਖ ਰਿਹਾ ਸੀ, ਮੈਨੂੰ ਕਿਸੇ ਹੋਰ ਚੀਜ਼ ਬਾਰੇ ਸੋਚਣਾ ਚਾਹੀਦਾ ਹੈ, ਹੋਰ ਨਹੀਂ ਤਾਂ ਉਸ ਹੋਟਲ ਬਾਰੇ ਜਿੱਥੇ ਮੈਂ ਖਾਣਾ ਖਾਧਾ, ਦਾੜੀ ਵਾਲੇ ਉਸ ਚੌਕੀਦਾਰ ਦੇ ਪੋਤੇ ਬਾਰੇ ਸੋਚਣਾ ਚਾਹੀਦਾ ਹੈ ਜਿਹਦੀ ਉਮਰ ਮੇਰੇ ਵੱਡੇ ਲੜਕੇ ਵੈਸੀਆ ਜਿੰਨੀ ਸੀ ਤੇ ਮੇਰਾ ਵੈਸੀਆ ਇਹਨਾਂ ਦਿਨਾਂ 'ਚ ਉਹਨੇ ਜ਼ਰੂਰ ਉਸ ਸੰਗੀਤਕਾਰ ਨੂੰ ਉਹਦੀ ਮੰਮੀ ਦਾ ਚੁੰਮਣ ਲੈਂਦੇ ਵੇਖਿਆ ਹੋਏਗਾ। ਉਹ ਮਾਸੂਮ ਬੱਚੇ ਨੂੰ ਕਿੰਨਾ ਦੁੱਖ ਹੋਇਆ ਹੋਏਗਾ। ਨਹੀਂ, ਮੈਂ ਸਥਾਨਕ ਹਸਪਤਾਲ ਦੇ ਮੁਆਇਨੇ ਬਾਰੇ ਸੋਚਾਂਗਾ। ਕਿਵੇਂ ਇੱਕ ਮਰੀਜ਼ ਦੇ ਡਾਕਟਰ ਦੀ ਸ਼ਿਕਾਇਤ ਕੀਤੀ ਸੀ, ਉਹ ਡਾਕਟਰ ਦੀਆਂ ਮੁੱਛਾਂ ਸੰਗੀਤਕਾਰ ਵਰਗੀਆਂ ਸੀ। ਕਿਸ ਚਲਾਕੀ ਨਾਲ ਉਹਨੇ ਮੈਨੂੰ ਇਹ ਆਖ ਕੇ ਧੋਖਾ ਦਿੱਤਾ ਕਿ ਉਹ ਚਲਾ ਜਾਏਗਾ। ਇਸ ਤਰ੍ਹਾਂ ਫਿਰ ਉਹੀ ਗੱਲ ਛਿੜ ਪੈਂਦੀ ਹੈ। ਹਰ ਚੀਜ਼, ਹਰ ਖਿਆਲ, ਜੋ ਵੀ ਮੈਂ ਸੋਚਦਾ ਮੈਨੂੰ ਵਾਪਸ ਉੱਥੇ ਹੀ ਲੈ ਆਉਂਦਾ। ਮੈਂ ਦੁਖੀ ਹੋ ਰਿਹਾ ਸੀ, ਅਸਹਿ ਹੱਦ ਤੱਕ ਦੁਖੀ ਹੋ ਰਿਹਾ ਸੀ। ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਨੂੰ ਪਤਨੀ ਨੂੰ ਪਿਆਰ ਕਰਨਾ ਚਾਹੀਦਾ ਜਾਂ ਨਫ਼ਰਤ। ਇੱਕੋ ਸਮੇਂ ਮੇਰੀ ਵੇਦਨਾ ਇਸ ਹੱਦ ਤੱਕ ਵੱਧ ਗਈ, ਮੈਨੂੰ ਖਿਆਲ ਆਇਆ ਕਿ ਮੈਨੂੰ ਰੇਲ ਗੱਡੀ ਹੇਠ ਆ ਕੇ ਆਪਣੇ ਆਪ ਨੂੰ ਖਤਮ ਕਰ ਲੈਣਾ ਚਾਹੀਦਾ ਹੈ। ਸੰਗੀਤਕਾਰ ਨਾਲ ਮੇਰੀ ਨਫ਼ਰਤ ਵਿੱਚ ਆਪਣੀ ਹਾਰ ਤੇ ਉਹਦੀ ਜਿੱਤ ਦਾ ਰਲਿਆ ਮਿਲਿਆ ਅਹਿਸਾਸ ਸ਼ਾਮਲ ਸੀ, ਪਰ ਪਤਨੀ ਨਾਲ ਮੇਰੀ ਨਫ਼ਰਤ 'ਚ ਭਿਆਨਕ ਨਫ਼ਰਤ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਸੀ। ਖੁਦਕੁਸ਼ੀ ਕਰਕੇ ਉਹਨੂੰ ਆਜ਼ਾਦ ਕਰ ਦੇਵਾਂ, ਉਹ ਵੀ ਮੇਰੇ ਵਾਂਗ ਦੁਖੀ ਕਿਉਂ ਨਾ ਹੋਵੇ। ਜਿਹੋ ਜਿਹੇ ਸੰਤਾਪ ਵਿੱਚੋਂ ਦੀ ਮੈਂ ਲੰਘ ਰਿਹਾ, ਉਹ ਵੀ ਕਿਉਂ ਨਾ ਭੋਗੇ। ਮੈਂ ਆਪਣੇ ਆਪ ਨੂੰ ਆਖਿਆ। ਇਸ ਵੇਦਨਾ ਤੋਂ ਛੁਟਕਾਰਾ ਪਾਉਣ ਲਈ ਮੈਂ ਹਰ ਸਟੇਸ਼ਨ ਤੇ ਉਤਰ ਜਾਂਦਾ। ਇੱਕ ਸਟੇਸ਼ਨ ਤੇ ਉਤਰ ਕੇ ਮੈਂ ਹੋਟਲ 'ਚ ਗਿਆ। ਉੱਥੇ ਕੁਝ ਮੁਸਾਫਰ ਸ਼ਰਾਬ ਪੀ ਰਹੇ ਸੀ। ਮੈਂ ਵੀ ਆਪਣੇ ਲਈ ਵੋਦਕਾ ਮੰਗਵਾ ਲਈ। ਮੇਰੇ ਕੋਲ ਖੜਾ ਇੱਕ ਯਹੂਦੀ ਵੀ ਸ਼ਰਾਬ ਪੀ ਰਿਹਾ ਸੀਗਾ। ਡੱਬਾ ਬਹੁਤ ਗੰਦਾ ਸਿਗਰਟਾਂ ਦੇ ਧੂਆਂ ਨਾਲ ਭਰਿਆ ਸੀ। ਫਰਸ਼ ਤੇ ਸੂਰਜਮੁਖੀ ਦੇ ਬੀਜ ਖਿਲ ਰਹੇ ਸੀ। ਮੈਂ ਉਹਦੇ ਕੋਲ ਹੀ ਬੈਠ ਗਿਆ। ਉਹਨੇ ਮੈਨੂੰ ਬੜੀਆਂ ਕਹਾਣੀਆਂ ਸੁਣਾਈਆਂ। ਆਪਣੇ ਜਾਣੇ ਮੈਂ ਬੜੇ ਧਿਆਨ ਨਾਲ ਸੁਣ ਰਿਹਾ ਸੀ, ਪਰ ਮੈਨੂੰ ਉਹਦੀ ਕੋਈ ਗੱਲ ਸਮਝ ਨਹੀਂ ਸੀ ਆ ਰਹੀ। ਮੈਨੂੰ ਜ਼ਰੂਰ ਇਸ ਬਾਰੇ ਚੰਗੀ ਤਰ੍ਹਾਂ ਵਿਚਾਰ ਕਰਨੀ ਚਾਹੀਦੀ ਹੈ ਕਿ ਮੈਂ ਜੋ ਕੁਝ ਸੋਚ ਰਿਹਾ ਠੀਕ ਵੀ ਹੈ ਜਾਂ ਮੇਰੇ ਦੁਖੀ ਹੋਣ ਦਾ ਕਾਰਨ ਕੁਝ ਹੋਰ ਵੀ ਹੈ।
ਤਰਕ ਸੰਗਤ ਵਿਚਾਰਾਂ ਦੀ ਥਾਂ ਉਹੀ ਗੱਲ, ਫੇਰ ਉਹੀ ਤਸਵੀਰਾਂ, ਉਹੀ ਖਿਆਲ ਉਡਾਰੀਆਂ। ਪਿਛਲੇ ਸਾਲਾਂ ਵਿੱਚ ਮੈਂ ਕਿੰਨੀ ਵਾਰ ਇਸ ਤਰ੍ਹਾਂ ਦੁਖੀ ਹੋਇਆ। ਈਰਖਾ ਦੇ ਪਿਛਲੇ ਦੌਰਿਆਂ ਨੂੰ ਯਾਦ ਕਰਦਿਆਂ ਮੈਂ ਆਪਣੇ ਆਪ ਨੂੰ ਪੁੱਛਿਆ, ਹਰ ਵਾਰ ਗੱਲ ਆਈ ਗਈ ਹੁੰਦੀ ਰਹੀ। ਇਸ ਵਾਰ ਉਹ ਮੈਨੂੰ ਆਰਾਮ ਨਾਲ ਬਿਸਤਰੇ 'ਚ ਸੁੱਤੀ ਪਈ ਮਿਲੇਗੀ। ਕਿੰਨਾ ਚੰਗਾ ਹੋਏਗਾ ਜੇਕਰ ਅਜਿਹਾ ਹੀ ਹੋਵੇ। ਨਹੀਂ, ਬਹੁਤ ਵਾਰੀ ਇਹ ਗੱਲ ਆਈ ਗਈ ਹੁੰਦੀ ਰਹੀ ਹੈ। ਇਸ ਵਾਰ ਇੰਜ ਨਹੀਂ ਹੋਏਗਾ, ਦੂਜੀ ਆਵਾਜ਼ ਨੇ ਆਖਿਆ। ਫਿਰ ਉਹੀ ਗੱਲ ਸ਼ੁਰੂ ਹੋ ਗਈ। ਪਰ ਉਹਦਾ ਸਰੀਰ ਮੇਰਾ ਸਰੀਰ ਨਹੀਂ ਸੀ, ਉਹਦਾ ਆਪਣਾ ਸਰੀਰ ਸੀ ਜਿਹਨੂੰ ਆਪਣੀ ਮਰਜ਼ੀ ਅਨੁਸਾਰ ਵਰਤ ਸਕਦੀ ਸੀ, ਜਿਸ ਢੰਗ ਨਾਲ ਵਰਤਣਾ ਚਾਹੁੰਦੀ ਸੀ। ਮੈਨੂੰ ਪਸੰਦ ਨਹੀਂ ਸੀ। ਮੈਂ ਉਹਨਾਂ 'ਚੋਂ ਕਿਸੇ ਦਾ ਵੀ ਕੁਝ ਨਹੀਂ ਵਿਗਾੜ ਸਕਦਾ ਸੀ। ਉਹ ਕਿਸੇ ਗੀਤ ਦੇ ਨਾਇਕ ਵਾਂਗ ਫਾਂਸੀ ਦੇ ਤਖਤੇ ਵੱਲ ਜਾਂਦਾ ਹੋਇਆ ਵੀ ਉਹਦੇ ਮਿੱਠੇ ਚੁੰਮਣਾਂ ਦੇ ਗੀਤ ਗਾਏਗਾ। ਮੈਂ ਚਾਹੁੰਦਾ ਸੀ ਉਹ ਅਜਿਹੀ ਗੱਲ ਨਾ ਕਰੇ ਜਿਹਦੀ ਇੱਛਾ ਕੀਤੇ ਬਿਨਾਂ ਉਹ ਰਹਿ ਨਹੀਂ ਸੀ ਸਕਦੀ। ਇਹ ਗੱਲ ਕਿਉਂਕਿ ਅਸੰਭਵ ਸੀ, ਇਸ ਲਈ ਮੇਰਾ ਇਸ ਤਰ੍ਹਾਂ ਸੋਚਣਾ ਨਿਰਾ ਪਾਗਲਪਨ ਸੀ। ਅੰਗ 26ਵਾਂ। ਆਖਰ ਮੇਰਾ ਸਟੇਸ਼ਨ ਆ ਗਿਆ। ਚੱਕਰ ਦੇ ਅੰਦਰ ਆਉਣ ਤੋਂ ਪਹਿਲਾਂ ਹੀ ਮੈਂ ਉਤਰ ਗਿਆ, ਇਸ ਖਿਆਲ ਨਾਲ ਕਿ ਹੁਣ ਮੈਂ ਪਹੁੰਚ ਗਿਆ ਤੇ ਕਹਾਣੀ ਦਾ ਅੰਤ ਨੇੜੇ ਹੈ। ਮੇਰੀ ਘਬਰਾਹਟ ਹੋਰ ਵੱਧ ਗਈ। ਠੰਡ ਨਾਲ ਮੇਰੇ ਦੰਦ ਵੱਜਣ ਲੱਗ ਪਏ। ਮੈਨੂੰ ਯਾਦ ਆਇਆ, ਗੱਡੀ 'ਚ ਮੈਂ ਗਰਮ ਜੁਰਾਬਾਂ ਲਾਈਆਂ ਸੀ, ਆਪਣਾ ਹੈਂਡਬੈਗ 'ਚ ਰੱਖੀਆਂ ਸੀ, ਪਰ ਮੇਰਾ ਹੈਂਡਬੈਗ ਕਿੱਥੇ ਸੀ? ਇੱਥੇ ਤੇ ਮੇਰੀ ਟੋਕਰੀ। ਮੈਨੂੰ ਆਪਣਾ ਸਮਾਨ ਦਾ ਵੀ ਚੇਤਾ ਨਹੀਂ ਸੀ। ਮੇਰੇ ਫਿਰ ਯਾਦ ਆਇਆ, ਸਮਾਨ ਦੀ ਰਸੀਦ ਤਾਂ ਮੈਨੂੰ ਮਿਲ ਗਈ ਸੀ। ਮੈਂ ਨਿਸ਼ਚਿੰਤ ਹੋ ਗਿਆ, ਮੁੜਨਾ ਮੁਨਾਸਬ ਨਾ ਸਮਝ ਕੇ ਚੱਲਦਾ ਗਿਆ। ਲੱਖ ਯਤਨ ਕਰਨ ਤੇ ਵੀ ਮੈਨੂੰ ਯਾਦ ਨਹੀਂ ਸੀ ਆ ਰਿਹਾ ਕਿ ਮੈਂ ਉਸ ਸਮੇਂ ਕਿਹੋ ਜਿਹੀ ਮਾਨਸਿਕ ਅਵਸਥਾ 'ਚ ਸੀ, ਕਿਸ ਬਾਰੇ ਸੋਚ ਰਿਹਾ ਸੀ। ਕਿ ਇਹ ਮਹੱਤਵਪੂਰਨ ਗੱਲ ਮੇਰੇ ਆਪਣੇ ਇਰਾਦੇ ਕਾਰਨ ਹੋਏਗੀ ਜਾਂ ਕਿਸੇ ਹੋਰ ਕਾਰਨ, ਮੈਨੂੰ ਕੁਝ ਵੀ ਪਤਾ ਨਹੀਂ ਸੀ। ਇਉਂ ਜਾਪਦਾ ਉਹ ਮੇਰੇ ਦਿਮਾਗ ਬਿਲਕੁਲ ਖਾਲੀ ਸੀ। ਘਰ ਮੂਹਰੇ ਜਾ ਕੇ ਮੈਂ ਬੱਗੀ 'ਚ ਉਤਰਿਆ। ਉਸ ਸਮੇਂ ਰਾਤ ਦਾ 1 ਵਜਿਆ ਸੀ। ਘਰ ਦੇ ਬਾਹਰ ਕਈ ਬੱਗੀਆਂ ਖੜੀਆਂ ਸੀ। ਘਰ ਦੀਆਂ ਬਾਰੀਆਂ 'ਚੋਂ ਦਿਖਾਈ ਦੇ ਰਹੀ ਰੌਸ਼ਨੀ ਕਾਰਨ ਉਹਨਾਂ ਨੂੰ ਸਵਾਰੀਆਂ ਮਿਲਣ ਦੀ ਆਸ ਸੀ। ਦਿਲ 'ਚ ਕੁਝ ਖਤਰਨਾਕ ਵਾਪਰਨ ਦਾ ਧੁੜਕੂ ਸੀ। ਨੇਕ, ਮਿਹਨਤੀ ਪਰ ਮੋਟੀ ਅਕਲ ਵਾਲੇ ਸਾਡੇ ਨੌਕਰ ਯੀਗੋਰ ਨੇ ਦਰਵਾਜ਼ਾ ਖੋਲ੍ਹਿਆ। ਸਭ ਤੋਂ ਪਹਿਲਾਂ ਮੇਰੀ ਨਜ਼ਰ ਹੋਰ ਕੱਪੜਿਆਂ ਨਾਲ ਡਿਓਢੀ 'ਚ ਲਟਕ ਰਹੇ ਸੰਗੀਤਕਾਰ ਦੇ ਕੋਟ ਤੇ ਪਈ। ਮੈਨੂੰ ਹੈਰਾਨੀ ਹੋਣੀ ਚਾਹੀਦੀ ਸੀ, ਪਰ ਹੋਈ ਨਹੀਂ, ਜਿਵੇਂ ਮੈਨੂੰ ਪਹਿਲਾਂ ਹੀ ਇਸ ਗੱਲ ਦੀ ਆਸ ਸੀ। ਮੇਰਾ ਅੰਦਾਜ਼ਾ ਠੀਕ ਸੀ। ਮੈਂ ਆਪਣੇ ਆਪ ਨੂੰ ਆਖਿਆ। ਜਦ ਮੈਂ ਯੀਗੋਰ ਨੂੰ ਪੁੱਛਿਆ ਕਿ ਕੌਣ ਆਇਆ ਤਾਂ ਉਹਨੇ ਆਖਿਆ, ਤੁਰਖਾਚੇਵਸਕੀ। ਮੈਂ ਪੁੱਛਿਆ, ਕੋਈ ਹੋਰ ਵੀ ਹੈ? ਨਹੀਂ ਜਨਾਬ। ਇਹ ਆਖ ਕੇ ਬਹੁਤ ਖੁਸ਼ ਹੋਇਆ, ਜਿਵੇਂ ਅਜਿਹੀ ਗੱਲ ਦੱਸ ਕੇ ਉਹ ਮੇਰੇ ਮਨ ਦਾ ਡਰ ਦੂਰ ਕਰਨਾ ਚਾਹੁੰਦਾ ਹੋਵੇ। ਅੱਛਾ, ਹੋਰ ਕੋਈ ਨਹੀਂ? ਮੈਂ ਆਪਣੇ ਮਨ 'ਚ ਹੀ ਆਖਿਆ। ਤੇ ਬੱਚੇ? ਸਭ ਰਾਜੀ ਖੁਸ਼ੀ ਹੈ। ਹੁਣ ਤੱਕ ਤਾਂ ਸਭ ਸੌਂ ਗਏ ਹੋਣਗੇ। ਮੈਨੂੰ ਸਾਹ ਲੈਣਾ ਵੀ ਔਖਾ ਹੋ ਗਿਆ। ਮੈਥੋਂ ਆਪਣੇ ਬੁੱਲਾਂ ਦੀ ਫਰਕਣ ਵੀ ਕਾਬੂ ਨਹੀਂ ਸੀ ਹੋ ਰਹੀ। ਇਸ ਵਾਰ ਗੱਲ ਵੱਖਰੀ ਹੈ। ਪਹਿਲਾਂ ਕਈ ਵਾਰ ਮੈਂ ਅਜਿਹੀ ਬਦਨਸੀਬੀ ਦੀ ਆਸ ਕੀਤੀ ਸੀ, ਪਰ ਮੈਨੂੰ ਮਿਲ ਨਹੀਂ ਸੀ ਸਕੀ। ਸਾਰੀ ਗੱਲ ਠੀਕ ਠਾਕ ਨਿਕਲ ਆਉਂਦੀ ਰਹੀ। ਇਸ ਵਾਰ ਗੱਲ ਠੀਕ ਠਾਕ ਨਹੀਂ ਸੀ। ਬਦਨਸੀਬੀ ਆ ਪਹੁੰਚੀ। ਮੇਰੇ ਹੱਥ ਪੈਰ ਫੁੱਲ ਗਏ। ਮੈਂ ਨਿਸੱਤਾ ਹੋ ਗਿਆ। ਪਰ ਕੋਈ ਸ਼ੈਤਾਨ ਮੇਰੇ ਕੰਨਾਂ 'ਚ ਆਖ ਰਿਹਾ ਸੀ, ਤੂੰ ਰੋਣੀ ਸੂਰਤ ਬਣਾ ਕੇ ਬੈਠਾ ਨਹੀਂ, ਇੰਨੇ ਚਿਰ 'ਚ ਐਸ਼ ਕਰਕੇ ਅੱਡ ਹੋ ਜਾਣਗੇ। ਪਿੱਛੋਂ ਤੂੰ ਉਹਨਾਂ ਦੇ ਗੁਨਾਹ ਦੇ ਸਬੂਤ ਲੱਭਦਾ ਨਹੀਂ। ਸਵੈ ਤਰਸ ਦੀ ਭਾਵਨਾ ਇੱਕਦਮ ਲੋਪ ਹੋ ਗਈ। ਉਹਦੀ ਥਾਂ ਬਿਲਕੁਲ ਵੱਖਰੀ ਨਵੀਂ ਭਾਵਨਾ ਜਾਗ ਪਈ। ਹੁਣ ਮੈਂ ਪਤਨੀ ਨੂੰ ਸਜ਼ਾ ਦੇ ਕੇ ਉਹ ਤੋਂ ਛੁਟਕਾਰਾ ਪਾ ਸਕਦਾ, ਆਪਣੇ ਗੁੱਸੇ ਨੂੰ ਪ੍ਰਗਟ ਕਰ ਸਕਦਾ। ਮੈਂ ਖੂੰਖਾਰ ਮੱਕਾਰ ਵਹਿਸ਼ੀ ਜਾਨਵਰ ਬਣ ਗਿਆ। ਠਹਿਰੀ, ਮੈਂ ਹਾਲ ਕਮਰੇ ਵੱਲ ਜਾ ਰਹੀ ਯੀਗੋਰ ਨੂੰ ਬੁਲਾਇਆ। ਇਹ ਫੜ ਰਸੀਦ ਤੇ ਸਟੇਸ਼ਨ ਤੋਂ ਜਾ ਕੇ ਮੇਰਾ ਸਮਾਨ ਲੈ ਆ। ਬਾਹਰ ਬੱਗੀ ਖੜੀ ਹੈ। ਉਹ ਹਾਲ ਕਮਰੇ 'ਚ ਆਪਣਾ ਕੋਟ ਲੈਣ ਤੁਰ ਪਿਆ। ਮੈਨੂੰ ਡਰ ਸੀ ਉਹ ਕਿਧਰੇ ਉਹਨਾਂ ਨੂੰ ਖਬਰ ਨਾ ਕਰ ਦੇ। ਮੈਂ ਉਹਦੇ ਨਾਲ ਹੀ ਚੱਲ ਪਿਆ। ਜਿੰਨਾ ਚਿਰ ਉਹਨੇ ਕੋਟ ਨਾ ਪਾ ਲਿਆ, ਮੈਂ ਉਹਦੇ ਕੋਲ ਹੀ ਖੜਾ ਰਿਹਾ। ਸਵਾਗਤੀ ਕਮਰੇ 'ਚ ਉਹਨਾਂ ਦੀ ਗੱਲਬਾਤ, ਚਮਚੇ, ਛੁਰੀਆਂ, ਪਲੇਟਾਂ ਦਾ ਖੜਕਾ ਸਾਫ਼ ਸੁਣਾਈ ਦੇ ਰਿਹਾ ਸੀ। ਉਹ ਕਿਤੇ ਹੁਣੇ ਹੀ ਬਾਹਰ ਨਾ ਆ ਜਾਣ। ਮੈਂ ਸੋਚਿਆ ਯੀਗੋਰ ਨੇ ਕੋਟ ਪਾ ਲਿਆ। ਮੈਂ ਦਰਵਾਜ਼ੇ ਤੱਕ ਉਹਦੇ ਨਾਲ ਹੀ ਗਿਆ। ਉਹਨੂੰ ਤੋੜ ਕੇ ਮੈਂ ਦਰਵਾਜ਼ਾ ਬੰਦ ਕਰਤਾ। ਹੁਣ ਮੈਂ ਇਕੱਲਾ ਸੀ, ਸ਼ੁਰੂ ਕਰਨ ਵਾਲੇ ਕੰਮ ਬਾਰੇ ਸੋਚ ਰਿਹਾ ਸੀ। ਮੈਂ ਸਿਰਫ ਇੰਨਾ ਹੀ ਜਾਣਦਾ ਸੀ, ਹੁਣ ਇਹ ਸਾਰਾ ਟੰਟਾ ਮੁੱਕ ਜਾਏਗਾ ਤੇ ਹੁਣ ਉਹਦੀ ਬੇਗੁਨਾਹੀ ਦਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ। ਪਹਿਲਾਂ ਹਮੇਸ਼ਾ ਹੀ ਮੈਂ ਡੋਲ ਜਾਂਦਾ ਰਿਹਾ ਸੀ। ਸੋਚਿਆ ਕਰਦਾ ਸੀ ਸ਼ਾਇਦ ਇਹ ਸੱਚ ਨਾ ਹੋਵੇ, ਸ਼ਾਇਦ ਮੈਂ ਹੀ ਗਲਤ ਹੋਵਾਂ। ਰਾਤ ਨੂੰ ਇਕੱਲੀ ਉਹਦੇ ਨਾਲ ਹੋਣਾ ਤੇ ਉਹ ਵੀ ਮੇਰੀ ਗੈਰ ਹਾਜ਼ਰੀ ਅਕਲ ਨੂੰ ਜਮਾਂ ਹੀ ਕੀਲੇ ਤੇ ਟੰਗਤਾ ਸੀ। ਸ਼ੱਕ ਦੀ ਹੁਣ ਕੋਈ ਗੁੰਜਾਇਸ਼ ਬਾਕੀ ਨਹੀਂ ਸੀ ਰਹੀ। ਮੈਨੂੰ ਸਿਰਫ ਇੱਕੋ ਡਰ ਖਾਈ ਜਾ ਰਿਹਾ ਸੀ ਕਿ ਉਹ ਹੁਣ ਕਿਧਰੇ ਬਚ ਕੇ ਨਾ ਨਿਕਲ ਜਾਣ, ਕੋਈ ਨਵਾਂ ਡੰਬਰ ਨਾ ਰਚ ਲੈਣ। ਇਸ ਲਈ ਛੇਤੀ ਤੋਂ ਛੇਤੀ ਉਹਨਾਂ ਨੂੰ ਰੰਗੇ ਹੱਥੀਂ ਫੜਨ ਲਈ ਮੈਂ ਪੱਬਾਂ ਭਾਰ ਸਵਾਗਤੀ ਕਮਰੇ ਵੱਲ ਤੁਰ ਪਿਆ, ਜਿੱਥੇ ਉਹ ਬੈਠੇ ਹੋਏ ਸਨ। ਬੈਠਕ 'ਚ ਜਾਣ ਦੀ ਬਜਾਏ ਮੈਂ ਹਾਲ ਕਮਰੇ ਰਾਹੀਂ ਬੱਚਿਆਂ ਦੇ ਕਮਰੇ 'ਚੋਂ ਲੰਘ ਕੇ ਜਾਣਾ ਠੀਕ ਸਮਝਿਆ। ਬੱਚੇ ਸੁੱਤੇ ਪਏ ਸੀ। ਆਇਆ ਨੂੰ ਵਿੜਕ ਆ ਗਈ। ਉਹ ਲਗਭਗ ਜਾਗ ਗਈ ਸੀ। ਉਹ ਕਲਪਨਾ ਕਰਕੇ ਕਿ ਆਇਆ ਮੇਰੇ ਬਾਰੇ ਕੀ ਸੋਚੇਗੀ। ਮੈਨੂੰ ਆਪਣੇ ਆਪ ਤੇ ਤਰਸ ਆਉਣ ਲੱਗ ਪਿਆ।
ਉੱਥੇ ਜਾਣ ਸਾਰ ਮੈਂ ਸੋਫੇ ਤੇ ਡਿੱਗ ਪਿਆ ਤੇ ਇਸ ਤਰ੍ਹਾਂ ਆਪਣੇ ਦਿਲ ਦੀ ਹਵਾੜ ਕੱਢੀ। ਮੈਂ ਇਮਾਨਦਾਰ ਆਦਮੀ ਹਾਂ, ਆਪਣੇ ਮਾਪਿਆਂ ਦਾ ਜਾਇਜ਼ ਪੁੱਤਰ। ਸਾਰੀ ਉਮਰ ਮੈਂ ਖੁਸ਼ੀਆਂ ਭਰੇ ਪਰਿਵਾਰ ਦੇ ਸੁਪਨੇ ਲੈਂਦਾ ਰਿਹਾ। ਮੈਂ ਕਦੇ ਉਸ ਨਾਲ ਬੇਵਫਾਈ ਨਹੀਂ ਕੀਤੀ, ਫਿਰ ਵੀ ਮੇਰੇ ਨਾਲ ਬੇਵਫਾਈ ਕਰ ਰਹੀ ਹੈ। 5 ਬੱਚਿਆਂ ਦੀ ਮਾਂ ਹੋ ਕੇ ਵੀ ਉਹ ਸੰਗੀਤਕਾਰ ਨਾਲ ਇਸ਼ਕ ਲੜਾ ਰਹੀ ਹੈ। ਉਹ ਇਨਸਾਨ ਨਹੀਂ, ਕੁੱਤੀ ਹੈ, ਨਫ਼ਰਤਯੋਗ ਕੁੱਤੀ। ਕਿੰਨੀ ਬੇਸ਼ਰਮੀ ਨਾਲ ਉਹਨੇ ਆਪਣੇ ਆਪ ਨੂੰ ਉਹਦੇ ਹਵਾਲੇ ਕਰਤਾ, ਕੀ ਪਤਾ ਉਹ ਹਮੇਸ਼ਾ ਹੀ ਇੰਜ ਕਰਦੀ ਹੋਵੇ। ਦਰਬਾਨਾ ਚੌਕੀਦਾਰਾਂ ਦੇ ਬੱਚੇ ਜੰਮ ਕੇ ਮੇਰੇ ਆਖ ਦਿੰਦੀ ਹੋਵੇ। ਮੈਂ ਕੱਲ ਨੂੰ ਵਾਪਸ ਆਉਂਦਾ, ਉਹ ਪਹਿਲਾਂ ਵਾਂਗ ਹੀ ਸੱਜ ਸੰਵਰ ਕੇ ਪੱਟੀਆਂ ਵਾ ਕੇ ਨਾਜ਼ੁਕ ਕਮਰ ਲਚਕਾਉਂਦੀ ਹੋਈ 100 ਨਖਰਿਆਂ ਨਾਲ ਮੈਨੂੰ ਮਿਲਦੀ। ਮੇਰੀ ਈਰਖਾ ਦਾ ਦਰਿੰਦਾ ਵਿੱਚੇ ਵਿੱਚ ਮੇਰਾ ਖੂਨ ਪੀਣ ਲਈ ਅੰਦਰ ਹੀ ਨੱਪਿਆ ਰਹਿੰਦਾ। ਆਇਆ ਵੀ ਕੀ ਸੋਚਦੀ ਹੋਏਗੀ। ਮੈਂ ਉੱਠਣਾ ਚਾਹਿਆ, ਉੱਠ ਨਾ ਸਕਿਆ। ਮੇਰਾ ਦਿਲ ਇੰਨੇ ਜ਼ੋਰ ਨਾਲ ਧੜਕ ਰਿਹਾ ਸੀ ਕਿ ਮੈਨੂੰ ਆਪਣੇ ਪੈਰਾਂ ਉੱਪਰ ਖੜੇ ਹੋਣਾ ਵੀ ਮੁਸ਼ਕਲ ਜਾਪਦਾ ਸੀ। ਇਹੀ ਕੁਝ ਤਾਂ ਉਹ ਚਾਹੁੰਦੀ ਸੀ, ਪਰ ਕੀ ਹੁਣ ਮੈਂ ਉਹਦਾ ਖੂਨ ਕਰਾਂ? ਨਹੀਂ, ਇਹ ਗੱਲ ਤਾਂ ਬੜੀ ਆਸਾਨ ਹੈ। ਮੈਂ ਇੰਨੀ ਛੇਤੀ ਉਹਨੂੰ ਖਤਮ ਨਹੀਂ ਕਰ ਸਕਦਾ। ਹਾਂ, ਉਹ ਉਹਨੂੰ ਆਪਣੇ ਨਾਲ ਨਹੀਂ ਲਿਜਾਏਗਾ, ਕਿਉਂਕਿ ਉਹ ਪਹਿਲਾਂ ਵਰਗੀ ਨਵੀਂ ਨਵੇਲੀ ਤਾਂ ਨਹੀਂ ਸੀ। ਮੈਂ ਉਹਨੂੰ ਉਦੋਂ ਕਿਉਂ ਨਾ ਮਾਰ ਮੁਕਾਇਆ। ਚੀਜ਼ਾਂ ਵਗਾ ਕੇ ਮਾਰਨ ਵਾਲੀ ਪਿਛਲੀ ਹਫ਼ਤੇ ਵੱਲ ਵਾਪਰੀ ਘਟਨਾ ਨੂੰ ਯਾਦ ਕਰਕੇ ਮੈਂ ਆਪਣੇ ਆਪ ਨੂੰ ਪੁੱਛਿਆ। ਕੁਝ ਕਰ ਗੁਜ਼ਰਨ ਦੀ ਇੱਛਾ ਨੇ ਮੇਰਾ ਦਿਲ ਦਿਮਾਗ ਮੱਲਿਆ ਹੋਇਆ ਸੀ। ਮੇਰੀ ਹਾਲਤ ਉਸ ਆਦਮੀ ਜਾਂ ਜਾਨਵਰ ਵਰਗੀ ਸੀ ਜਿਹਦੀ ਅਕਲ ਖਤਰੇ ਦੀ ਸੰਭਾਵਨਾ ਨਾਲ ਤੇਜ਼ ਹੋ ਜਾਂਦੀ ਹੈ। ਬੜੇ ਠਰਮੇ ਨਾਲ, ਬੜੀ ਸਾਵਧਾਨੀ ਨਾਲ ਮੈਂ ਇੱਕ ਮਿੰਟ ਦੀ ਠੀਕ ਵਰਤੋਂ ਕਰਕੇ, ਠੀਕ ਸਭ ਗੱਲਾਂ ਲਾਂਭੇ ਕਰਕੇ ਸਿਰਫ ਇੱਕੋ ਉਦੇਸ਼ ਪ੍ਰਾਪਤ ਕਰਨ ਲਈ ਉਸ ਵੱਲ ਵਧ ਰਿਹਾ ਸੀ। ਅੰਗ 27ਵਾਂ। ਸਭ ਤੋਂ ਪਹਿਲਾਂ ਮੈਂ ਆਪਣੇ ਬੂਟ ਲਾਏ, ਫਿਰ ਕੰਧ ਉੱਤੇ ਕੋਈ ਹਥਿਆਰ ਲਾਉਣ ਲਈ ਜੁਰਾਬਾਂ ਸਮੇਤ ਸੋਫੇ ਤੇ ਚੜ ਗਿਆ। ਮੈਂ ਬਿਲਕੁਲ ਅਣਲੱਗ ਦਮਸ਼ਕ ਛੁਰਾ ਉਤਾਰ ਲਿਆ। ਉਹਦੀ ਧਾਰ ਬਹੁਤ ਤੇਜ਼ ਸੀ। ਬੋਝ ਪੱਬ ਧਰਦਾ ਮੈਂ ਦਰਵਾਜ਼ੇ ਕੋਲ ਗਿਆ। ਪੂਰੇ ਜ਼ੋਰ ਨਾਲ ਧੱਕਾ ਮਾਰਿਆ। ਬੂਹਾ ਚਪੱਟ ਖੁੱਲ ਗਿਆ। ਉਹਨਾਂ ਦਾ ਰੰਗ ਫੱਕ ਹੋ ਗਿਆ। ਉਹਨਾਂ ਦੇ ਚਿਹਰਿਆਂ ਦਾ ਪ੍ਰਭਾਵ ਮੈਨੂੰ ਇਸ ਲਈ ਚੰਗੀ ਤਰ੍ਹਾਂ ਯਾਦ ਹੈ ਕਿ ਉਹਨਾਂ ਦਾ ਉੱਡਿਆ ਰੰਗ ਵੇਖ ਕੇ ਮੈਨੂੰ ਖੁਸ਼ੀ ਭਰੇ ਕਸ਼ਟ ਦੀ ਪੀੜ ਹੋਈ। ਮੇਰਾ ਖਿਆਲ ਮੇਜ਼ ਉੱਪਰ ਬੈਠਾ ਸੀ, ਪਰ ਮੈਨੂੰ ਦੇਖ ਕੇ ਬੁੜਕ ਕੇ ਖੜਾ ਹੋ ਗਿਆ। ਕਿਤਾਬਾਂ ਵਾਲੀ ਅਲਮਾਰੀ ਨਾਲ ਪਿੱਠ ਲਾ ਕੇ ਖੜ ਗਿਆ। ਉਹਦੇ ਚਿਹਰੇ ਤੇ ਨਿਰਸੰਦੇਹ ਦਹਿਸ਼ਤ ਦਾ ਪ੍ਰਭਾਵ ਸੀ, ਪਰ ਪਤਨੀ ਦੇ ਚਿਹਰੇ ਤੇ ਦਹਿਸ਼ਤ ਨਾਲ ਕੁਝ ਹੋਰ ਵੀ ਰਲਿਆ ਆਇਆ ਸੀ। ਮੈਨੂੰ ਜਾਪਿਆ ਜਿਵੇਂ ਦਹਿਸ਼ਤ ਦੇ ਨਾਲ ਨਾਲ ਉਸ 'ਚ ਇਸ ਗੱਲ ਦੀ ਨਿਰਾਸ਼ਾ ਤੇ ਖਿਝ ਦਾ ਪ੍ਰਭਾਵ ਵੀ ਰਲਿਆ ਸੀ ਕਿ ਉਹਦੀਆਂ ਰੰਗ ਰਲੀਆਂ ਤੇ ਪ੍ਰੇਮ ਰੀਲਾਂ 'ਚ ਅਚਾਨਕ ਵਿਘਨ ਪੈ ਗਿਆ ਸੀ। ਇਉਂ ਜਾਪਦਾ ਸੀ ਜਿਵੇਂ ਪਤਨੀ ਉਸ ਪਲ ਭਰ ਦੀ ਖੁਸ਼ੀ ਤੋਂ ਬਿਨਾਂ ਹੋਰ ਕੁਝ ਨਹੀਂ ਸੀ ਚਾਹੁੰਦੀ। ਪਰ ਸੰਗੀਤਕਾਰ ਦਾ ਚਿਹਰਾ ਪੁੱਛ ਰਿਹਾ ਜਾਪਦਾ ਸੀ ਕਿ ਕੀ ਇਸ ਸਮੇਂ ਝੂਠ ਬੋਲਣਾ ਸੰਭਵ ਹੈ। ਉਹਨੇ ਪ੍ਰਸ਼ਨ ਭਰੀਆਂ ਨਜ਼ਰਾਂ ਨਾਲ ਪਤਨੀ ਵੱਲ ਤੱਕਿਆ। ਸੰਗੀਤਕਾਰ ਦੀਆਂ ਅੱਖਾਂ ਵੱਲ ਦੇਖ ਕੇ ਪਤਨੀ ਦਾ ਖਿਝ ਤੇ ਨਿਰਾਸ਼ਾ ਦਾ ਪ੍ਰਭਾਵ ਉਹਦੀ ਜ਼ਿੰਦਗੀ ਦੀ ਚਿੰਤਾ 'ਚ ਬਦਲ ਗਿਆ। ਛੁਰੇ ਨੂੰ ਪਿੱਠ ਪਿੱਛੇ ਲੁਕੋ ਕੇ ਮੈਂ ਕੁਝ ਚਿਰ ਬੂਹੇ 'ਚ ਹੀ ਖੜਾ ਰਿਹਾ। ਉਸ ਸਮੇਂ ਉਹ ਮੁਸਕਰਾ ਕੇ ਹਾਸੋਹੀਣੀ ਸੁਰ 'ਚ ਬੋਲਿਆ, ਅਸੀਂ ਜ਼ਰਾ ਸੰਗੀਤ ਦਾ ਅਭਿਆਸ। ਇਸ ਗੱਲ ਦੀ ਤਾਂ ਉਮੀਦ ਹੀ ਨਹੀਂ ਸੀ। ਉਹ ਵੀ ਉਸੇ ਸੁਰ 'ਚ ਬੋਲੀ, ਪਰ ਮੈਂ ਕਿਸੇ ਦੀ ਵੀ ਗੱਲ ਪੂਰੀ ਨਾ ਹੋਣ ਦਿੱਤੀ। ਮੈਨੂੰ ਪਿਛਲੇ ਹਫ਼ਤੇ ਵਾਲਾ ਚੰਡਾਲ ਚੜਿਆ ਹੋਇਆ ਸੀ। ਉਹਨਾਂ ਦੋਹਾਂ ਦੀਆਂ ਗੱਲਾਂ ਸੰਗ 'ਚ ਹੀ ਫਸ ਗਈਆਂ। ਕੋਈ ਵੀ ਆਪਣੀ ਗੱਲ ਪੂਰੀ ਨਾ ਕਰ ਸਕਿਆ। ਜਿਸ ਗੱਲ ਦਾ ਉਹਨਾਂ ਨੂੰ ਡਰ ਸੀ ਉਹ ਵਾਪਰ ਰਹੀ ਸੀ। ਪਤਨੀ ਉੱਤੇ ਵਾਰ ਕਰਨ ਦੀ ਨੀਤ ਨਾਲ ਮੈਂ ਬੜੀ ਤੇਜ਼ੀ ਨਾਲ ਉਸ ਵੱਲ ਵਧਿਆ। ਛੁਰਾ ਅਜੇ ਵੀ ਮੇਰੀ ਪਿੱਠ ਪਿੱਛੇ ਹੀ ਸੀ। ਮੈਨੂੰ ਡਰ ਸੀ ਸੰਗੀਤਕਾਰ ਸਾਡੇ ਦੋਹਾਂ ਦੇ ਵਿਚਕਾਰ ਨਾ ਆ ਜਾਏ। ਛੁਰਾ ਮਾਰਨ ਵਾਲੀ ਥਾਂ ਮੈਂ ਪਹਿਲਾਂ ਹੀ ਸੋਚ ਰੱਖੀ ਸੀ। ਜਿਵੇਂ ਮੈਂ ਪਤਨੀ ਤੇ ਝਪਟਿਆ, ਮੇਰੀ ਨੀਤ ਨੂੰ ਤਾੜ ਕੇ ਉਹਨੇ ਮੇਰੀ ਬਾਂਹ ਫੜ ਲਈ। ਉਸ ਕੋਲੋਂ ਮੈਨੂੰ ਐਸੀ ਆਸ ਨਹੀਂ ਸੀ। ਅਕਲ ਕਰੋ, ਕੀ ਕਰਦੇ ਹੋ ਤੁਸੀਂ? ਹੈ ਕੋਈ? ਉਹਨੇ ਸਹਾਇਤਾ ਵਾਸਤੇ ਰੌਲਾ ਪਾਇਆ। ਝਟਕਾ ਮਾਰ ਕੇ ਆਪਣੀ ਬਾਂਹ ਮੈਂ ਉਹ ਤੋਂ ਛੁਡਾ ਲਈ ਤੇ ਉਸ ਉੱਤੇ ਝਪਟ ਪਿਆ। ਮੇਰੀਆਂ ਖੂਨੀਆਂ ਅੱਖਾਂ ਵੱਲ ਵੇਖ ਕੇ ਉਹਦਾ ਰੰਗ ਫੱਕ ਹੋ ਗਿਆ। ਇੱਕ ਖਾਸ ਕਿਸਮ ਦੀ ਚਮਕ ਉਹਦੀਆਂ ਅੱਖਾਂ 'ਚ ਆਈ ਤੇ ਉਹ ਪਿਆਨੋ ਹੇਠ ਵੜ ਗਿਆ। ਫਿਰ ਖੁੱਲੇ ਬੂਹੇ ਵੱਲ ਭੱਜ ਪਿਆ। ਇਸ ਗੱਲ ਦੀ ਵੀ ਮੈਨੂੰ ਆਸ ਨਹੀਂ ਸੀ। ਮੈਂ ਉਹਦਾ ਪਿੱਛਾ ਕਰਨਾ ਚਾਹਿਆ, ਪਰ ਕੋਈ ਬੋਝ ਮੇਰੀ ਬਾਂਹ ਨਾਲ ਲਟਕ ਗਿਆ। ਪਤਨੀ ਮੇਰੀ ਬਾਂਹ ਨਾਲ ਚਿੰਬੜ ਗਈ। ਬਾਂਹ ਛੁਡਾਉਣ ਦੀ ਮੈਂ ਬਥੇਰੀ ਕੋਸ਼ਿਸ਼ ਕੀਤੀ, ਪਰ ਸਫਲ ਨਾ ਹੋਇਆ। ਮੇਰੀ ਬਾਂਹ ਉੱਤੇ ਉਹਦੀ ਘ੍ਰਿਣਤ ਛੋਹ ਨੇ ਮੇਰੇ ਤਨ ਬਦਨ ਨੂੰ ਲੱਗੀ ਅੱਗ ਹੋਰ ਭੜਕਾ ਦਿੱਤੀ। ਇਸ ਗੱਲੋਂ ਮੈਂ ਖੁਸ਼ ਸੀ ਕਿ ਬਾਂਹ ਛੁਡਾਉਣ ਦਾ ਯਤਨ ਕਰਦਿਆਂ ਜਦ ਪੂਰੇ ਜ਼ੋਰ ਨਾਲ ਮੈਂ ਝਟਕਾ ਮਾਰਿਆ ਤਾਂ ਮੇਰੀ ਖੱਬੀ ਬਾਂਹ ਦੀ ਕੂਹਣੀ ਬੜੇ ਜ਼ੋਰ ਨਾਲ ਉਹਦੇ ਮੂੰਹ ਤੇ ਵੱਜੀ। ਮੈਂ ਸੰਗੀਤਕਾਰ ਦਾ ਪਿੱਛਾ ਕਰਨਾ ਚਾਹੁੰਦਾ ਸੀ, ਪਰ ਜੁਰਾਬਾਂ ਵਾਲੇ ਨੰਗੇ ਪੈਰੀ ਪਤਨੀ ਦੇ ਆਸ਼ਿਕ ਦਾ ਪਿੱਛਾ ਕਰਨ ਦੀ ਮੂਰਖਤਾ ਦਾ ਖਿਆਲ ਬਿਜਲੀ ਦੇ ਲਿਸ਼ਕਾਰੇ ਵਾਂਗ ਮੇਰੇ ਦਿਮਾਗ ਵਿੱਚੋਂ ਲੰਘ ਗਿਆ। ਮੈਂ ਪਤਨੀ ਵੱਲ ਮੁੜ ਕੇ ਵੇਖਿਆ। ਉਹ ਸੋਫੇ ਤੇ ਡਿੱਗੀ ਇੱਕ ਟੱਕ ਮੇਰੇ ਵੱਲ ਵੇਖੀ ਜਾ ਰਹੀ ਸੀ। ਇੱਕ ਹੱਥ ਉਹਨੇ ਆਪਣੇ ਉਸ ਅੱਖ ਤੇ ਰੱਖਿਆ ਸੀ ਜਿੱਥੇ ਮੇਰੀ ਕੂਹਣੀ ਵੱਜੀ ਸੀ। ਉਹਦੀਆਂ ਨਜ਼ਰਾਂ 'ਚ ਹੁਣ ਮੈਂ ਉਹਦਾ ਦੁਸ਼ਮਣ ਸੀ। ਘੱਟੋ ਘੱਟ ਮੈਨੂੰ ਉਹਦੇ ਚਿਹਰੇ ਤੋਂ ਡਰ ਤੇ ਘਿਰਨਾ ਤੋਂ ਬਿਨਾਂ ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ। ਉਹਦੇ ਅੰਦਰ ਵਾਸ਼ੀ ਕਿਸੇ ਹੋਰ ਪਿਆਰ ਨੇ ਪੈਦਾ ਕੀਤੇ ਡਰ ਤੇ ਘਿਰਨਾ ਦੇ ਭਾਵ। ਜੇਕਰ ਉਹ ਚੁੱਪਚਾਪ ਪਈ ਰਹਿੰਦੀ, ਮੈਂ ਸ਼ਾਇਦ ਆਪਣੇ ਆਪ ਤੇ ਜ਼ਬਤ ਕਰ ਲੈਂਦਾ।
ਸੋਚੋ ਤਾਂ ਸਹੀ, ਤੁਸੀਂ ਕਰਨ ਕੀ ਲੱਗੇ ਹੋ? ਤੁਹਾਨੂੰ ਆਖਰ ਕੀ ਹੋ ਗਿਆ? ਅਸੀਂ ਕੁਝ ਵੀ ਨਹੀਂ ਕੀਤਾ, ਕੋਈ ਵੀ ਐਸੀ ਵੈਸੀ ਗੱਲ ਸਾਡੇ ਵਿਚਕਾਰ ਨਹੀਂ ਹੋਈ। ਮੈਂ ਸਹੁੰ ਖਾ ਕੇ ਆਖਦੀ ਹਾਂ। ਮੈਂ ਸ਼ਾਇਦ ਸ਼ਸ਼ੋਪੰਚ ਪੈ ਜਾਂਦਾ ਜੇਕਰ ਉਹ ਨਾ ਬੋਲਦੀ, ਪਰ ਉਹਦੇ ਸ਼ਬਦਾਂ ਤੋਂ ਮੈਨੂੰ ਵਿਸ਼ਵਾਸ ਹੋ ਗਿਆ ਉਹਨਾਂ ਵਿਚਕਾਰ ਜ਼ਰੂਰ ਕੋਈ ਐਸੀ ਵੈਸੀ ਗੱਲ ਹੋਈ ਹੈ। ਉਹਦੀ ਇਸ ਗੱਲ ਨੇ ਮੇਰੇ ਅੰਦਰ ਹੌਲੀ ਹੌਲੀ ਉੱਭਰ ਰਹੀ ਅਵਸਥਾ ਨੂੰ ਇੱਕਦਮ ਭੜਕਾ ਕੇ ਸਿਖਰ ਤੇ ਪਹੁੰਚਾਤਾ। ਅੰਨਾ ਗੁੱਸਾ ਵੀ ਨਿਯਮਾਂ ਅਧੀਨ ਹੁੰਦਾ ਹੈ। ਕੁਫਰ ਨਾ ਤੋਲ ਲੁੱਚੀਏ, ਮੈਂ ਗਰਜ ਕੇ ਆਖਿਆ। ਮੈਂ ਖੱਬੇ ਹੱਥ ਨਾਲ ਉਹਨੂੰ ਫੜ ਲਿਆ, ਪਰ ਉਹ ਧੁਰਲੀ ਮਾਰ ਕੇ ਮੇਰੀ ਪਕੜ ਚੋਂ ਨਿਕਲ ਗਈ। ਛੁਰਾ ਮਜ਼ਬੂਤੀ ਨਾਲ ਫੜ ਕੇ ਮੈਂ ਉਹਨੂੰ ਖੱਬੇ ਹੱਥ ਨਾਲ ਸੰਗੀ ਤੋਂ ਫੜ ਕੇ ਪਿੱਠ ਭਾਰ ਸੋਫੇ ਤੇ ਸੁੱਟ ਲਿਆ। ਉਹਦੀ ਘੰਡੀ ਨੂੰ ਸਾਰੇ ਜ਼ੋਰ ਨਾਲ ਦਬਾਉਣ ਲੱਗ ਪਿਆ, ਇੰਨੀ ਸਖਤ ਘੰਡੀ। ਉਹ ਮੇਰਾ ਹੱਥ ਫੜ ਕੇ ਮੈਥੋਂ ਘੰਡੀ ਛੁਡਾਉਣ ਦੀ ਕੋਸ਼ਿਸ਼ ਕਰਨ ਲੱਗੀ। ਜਿਹੜੇ ਲੋਕ ਇਹ ਆਖਦੇ ਹੈ ਗੁੱਸੇ ਤੇ ਪਾਗਲਪਨ ਚੋਂ ਜੋ ਕੁਝ ਕਰਦੇ ਆ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਹੁੰਦਾ, ਬਿਲਕੁਲ ਬਕਵਾਸ ਕਰਦੇ ਆ, ਝੂਠ ਬੋਲਦੇ ਆ। ਮੈਂ ਹਰ ਗੱਲ ਜਾਣਦਾ ਸੀ, ਸਮਝਦਾ ਸੀ। ਛਿਨ ਭਰ ਲਈ ਵੀ ਮੈਂ ਇਹ ਅਨੁਭਵ ਨਹੀਂ ਕੀਤਾ ਸੀ ਕਿ ਮੈਨੂੰ ਕਿਸੇ ਗੱਲ ਦਾ ਪਤਾ ਨਹੀਂ ਸੀ। ਅੰਦਰ ਗੁੱਸੇ ਦੀ ਅੱਗ ਜਿਉਂ-ਜਿਉਂ ਭੜਕ ਰਹੀ ਸੀ, ਤਿਉਂ ਮੇਰੀ ਅਕਲ ਦੀ ਰੌਸ਼ਨੀ ਹੋਰ ਤੇਜ਼ ਹੋ ਰਹੀ ਸੀ। ਮੈਨੂੰ ਹਰ ਸਕਿੰਟ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਮੈਂ ਕੀ ਕਰ ਰਿਹਾ ਸੀ। ਇਸ ਗੱਲ ਦਾ ਦਾਅਵਾ ਨਹੀਂ ਕਰ ਸਕਦਾ ਕਿ ਮੈਨੂੰ ਇਸ ਗੱਲ ਦਾ ਪਤਾ ਸੀ ਕਿ ਮੈਂ ਪਿੱਛੋਂ ਕੀ ਕਰਾਂਗਾ, ਪਰ ਉਸ ਸਮੇਂ ਜੋ ਕੁਝ ਮੈਂ ਕਰ ਰਿਹਾ ਸੀ ਉਸ ਬਾਰੇ ਮੈਨੂੰ ਗਿਆਨ ਸੀ। ਮੈਨੂੰ ਪਤਾ ਸੀ ਕਿ ਮੈਂ ਉਹਨੂੰ ਪਸਲੀਆਂ ਦੇ ਹੇਠਾਂ ਛੁਰਾ ਮਾਰ ਰਿਹਾ ਸੀ। ਛੁਰਾ ਉੱਥੇ ਖੁੱਭ ਜਾਏਗਾ, ਇਹ ਗੱਲ ਮੈਂ ਚੰਗੀ ਤਰ੍ਹਾਂ ਸਮਝਦਾ ਸੀ ਕਿ ਮੈਂ ਜਿਹੀ ਕੋਈ ਖਤਰਨਾਕ ਗੱਲ ਕਰ ਰਿਹਾ ਸੀ ਜਿਹੋ ਜੀ ਮੈਂ ਪਹਿਲਾਂ ਕਦੇ ਨਹੀਂ ਸੀ ਕੀਤੀ। ਇਹ ਸਾਰੇ ਵਿਚਾਰ ਬਿਜਲੀ ਦੀ ਤੇਜ਼ੀ ਨਾਲ ਮੇਰੇ ਦਿਮਾਗ ਚੋਂ ਲੰਘ ਗਏ। ਮੈਨੂੰ ਯਾਦ ਹੈ ਉਹਦੀ ਅੰਗੀ ਜਾਂ ਕਿਸੇ ਹੋਰ ਚੀਜ਼ ਨੇ ਥੋੜੀ ਜਿਹੀ ਰੁਕਾਵਟ ਪੈਦਾ ਕੀਤੀ। ਅਗਲੇ ਛਿਨ ਛੁਰਾ ਨਰਮ ਥਾਂ 'ਚ ਪਹੁੰਚ ਗਿਆ, ਪਰ ਛੁਰਾ ਰੁਕਿਆ ਨਹੀਂ। ਪਿੱਛੋਂ ਜੇਲ੍ਹ 'ਚ ਇਖਲਾਕੀ ਕਾਇਆ ਕਲ ਪਿੱਛੋਂ ਮੈਂ ਇਸ ਛਿਣ ਬਾਰੇ ਬੜੀ ਸੋਚ ਵਿਚਾਰ ਕੀਤੀ। ਇਸ ਪਲ ਨੂੰ ਬਾਰ-ਬਾਰ ਯਾਦ ਕਰਕੇ ਇਹਦੇ ਅਰਥਾਂ ਦੀ ਡੂੰਘਾਈ ਤੱਕ ਪਹੁੰਚਣ ਦਾ ਯਤਨ ਕੀਤਾ। ਇਹ ਵੀ ਖਿਆਲ ਆਇਆ ਕਿ ਮੈਂ ਇੱਕ ਅਬਲਾ ਇਸਤਰੀ ਨਿਹੱਥੀ ਤੀਵੀਂ ਆਪਣੀ ਪਤਨੀ ਨੂੰ ਕਤਲ ਕਰ ਰਿਹਾ ਸੀ। ਮੈਨੂੰ ਉਹ ਖਿਆਲ ਦੀ ਭਿਆਨਕਤਾ ਹੁਣ ਤੱਕ ਵੀ ਯਾਦ ਹੈ। ਇਹ ਦੇਖਣ ਵਾਸਤੇ ਕਿ ਕੀ ਹੁੰਦਾ, ਮੈਂ ਇੱਕ ਸਕਿੰਟ ਲਈ ਅਹਿਲ ਖੜਾ ਰਿਹਾ ਸੀ। ਮੈਂ ਸੋਚ ਰਿਹਾ ਸੀ ਮੈਂ ਜੋ ਕੁਝ ਕੀਤਾ ਹੈ ਜਾਂ ਕੀਤਾ ਜਾ ਚੁੱਕਿਆ ਅਣਕੀਤਾ ਨਹੀਂ ਸੀ ਹੋ ਸਕਦਾ। ਉਹ ਇੱਕਦਮ ਉੱਠ ਕੇ ਖੜੀ ਹੋ ਗਈ, ਲੇਰਾ ਮਾਰਦੀ ਕੂਕੀ, ਨਹੀਂ ਆਈ ਕੁੜੀ, ਭੱਜ ਕੇ ਮੈਨੂੰ ਮਾਰ ਦਿੱਤਾ ਇਹਨੇ। ਰੌਲਾ ਸੁਣ ਕੇ ਆਇਆ ਜਾਗ ਪਈ। ਹੁਣ ਉਹ ਬੂਹੇ ਅੱਗੇ ਖੜੀ ਸੀ। ਮੈਂ ਉੱਥੇ ਉਡੀਕਦਾ ਰਿਹਾ। ਮੈਨੂੰ ਇਤਬਾਰ ਨਹੀਂ ਸੀ ਆ ਰਿਹਾ ਕਿ ਸੱਚਮੁੱਚ ਕੁਝ ਵਾਪਰ ਗਿਆ ਸੀ, ਪਰ ਉਹਦੀ ਅੰਗੀ ਹੇਠੋਂ ਲਹੂ ਦੀਆਂ ਤਤੀਰੀਆਂ ਵਹਿ ਰਹੀਆਂ ਸੀ। ਲਹੂ ਵੇਖ ਕੇ ਮੈਨੂੰ ਇਤਬਾਰ ਹੋ ਗਿਆ ਕਿ ਕੀਤਾ ਅਣਕੀਤਾ ਨਹੀਂ ਹੋ ਸਕਦਾ। ਇਹੀ ਕੁਝ ਤਾਂ ਮੈਂ ਚਾਹੁੰਦਾ ਸੀ ਤੇ ਹੋਣਾ ਵੀ ਇਹੀ ਕੁਝ ਚਾਹੀਦਾ ਸੀਗਾ। ਹਾਏ ਰੱਬਾ, ਆਖ ਕੇ ਰੋਂਦੀ ਰੋਂਦੀ ਭੱਜ ਕੇ ਉਸ ਕੋਲ ਆ ਗਈ। ਮੈਂ ਛੁਰਾ ਸੁੱਟ ਕੇ ਬਾਹਰ ਜਾਣ ਲਈ ਤਿਆਰ ਹੋ ਗਿਆ। ਮੈਨੂੰ ਘਬਰਾਉਣਾ ਨਹੀਂ ਚਾਹੀਦਾ। ਜੋ ਕੁਝ ਮੈਂ ਕਰ ਰਿਹਾ ਉਸ ਉੱਤੇ ਠੰਡੇ ਦਿਮਾਗ ਨਾਲ ਵਿਚਾਰ ਕਰਨੀ ਚਾਹੀਦੀ ਹੈ। ਪਤਨੀ ਜਾਂ ਆਇਆ ਵੱਲ ਦੇਖੇ ਬਿਨਾਂ ਹੀ ਮੈਂ ਆਪਣੇ ਆਪ ਨੂੰ ਆਖਿਆ। ਮੈਂ ਹੇਠਾਂ ਹਾਲ ਕਮਰੇ 'ਚ ਜਾ ਕੇ ਨੌਕਰਾਣੀ ਨੂੰ ਉੱਪਰ ਭੇਜ ਦਿੱਤਾ। ਆਪ ਆਪਣੇ ਕਮਰੇ 'ਚ ਚਲਾ ਗਿਆ। ਹੁਣ ਮੈਨੂੰ ਕੀ ਕਰਨਾ ਚਾਹੀਦਾ, ਮੈਂ ਆਪਣੇ ਆਪ ਨੂੰ ਪੁੱਛਿਆ। ਸਿੱਧਾ ਆਪਣੇ ਪੜਨ ਕਮਰੇ 'ਚ ਜਾ ਕੇ ਕੰਧ ਉੱਪਰ ਪਿਸਤੌਲ ਉਤਾਰਿਆ। ਇਹ ਭਰਿਆ ਹੋਇਆ ਸੀ। ਇਹਨੂੰ ਮੇਜ਼ ਤੇ ਰੱਖ ਲਿਆ। ਫਿਰ ਛੁਰੇ ਦੀ ਮਿਆਨ ਚੁੱਕੀ ਜਿਹੜੀ ਸੋਫੇ ਦੇ ਪਿਛਲੇ ਪਾਸੇ ਡਿੱਗ ਪਈ ਸੀ। ਬੜੀ ਦੇਰ ਤੱਕ ਬੈਠਾ ਰਿਹਾ। ਮੈਂ ਕੁਝ ਸੋਚ ਨਹੀਂ ਸੀ ਰਿਹਾ। ਮੈਨੂੰ ਕੁਝ ਵੀ ਯਾਦ ਨਹੀਂ ਸੀ ਆ ਰਿਹਾ। ਦੂਜੇ ਕਮਰਿਆਂ 'ਚ ਹੋ ਰਿਹਾ ਸ਼ੋਰ ਸ਼ਰਾਬਾ ਮੇਰੇ ਕੰਨਾਂ ਤੱਕ ਪਹੁੰਚ ਰਿਹਾ ਸੀ। ਬਾਹਰ ਬੱਗੀ ਦੇ ਆਉਣ ਦੀ ਆਵਾਜ਼ ਸੁਣਾਈ ਦਿੱਤੀ। ਫਿਰ ਕੋਈ ਘਰ ਦੇ ਅੰਦਰ ਵੜਦਾ ਸੁਣਾਈ ਦਿੱਤਾ। ਯੀਗੋਰ ਸਮਾਨ ਲੈ ਕੇ ਮੁੜ ਆਇਆ ਸੀ। ਤੈਨੂੰ ਪਤਾ ਹੈ ਘਰ 'ਚ ਕੀ ਭਾਣਾ ਵਰਤ ਗਿਆ? ਮੈਂ ਯੀਗੋਰ ਨੂੰ ਬੁਲਾ ਕੇ ਆਖਿਆ। ਦਲਾਨ ਚੌਕੀਦਾਰ ਨੂੰ ਆਖ ਜਾ ਕੇ ਪੁਲਿਸ ਨੂੰ ਇਤਲਾਹ ਕਰ ਆਵੇ। ਉਹ ਬਿਨਾਂ ਕੁਝ ਬੋਲੇ ਚੁੱਪਚਾਪ ਬਾਹਰ ਚਲਾ ਗਿਆ। ਮੈਂ ਉੱਠਿਆ, ਕਮਰੇ ਨੂੰ ਅੰਦਰੋਂ ਚਿਟਕਣੀ ਲਾ ਕੇ ਸਿਗਰਟ ਪੀਣ ਬਹਿ ਗਿਆ। ਮੈਂ ਅਜੇ ਇੱਕ ਸਿਗਰਟ ਵੀ ਪੂਰੀ ਨਹੀਂ ਸੀ ਮੁਕਾਈ ਕਿ ਮੈਨੂੰ ਨੀਂਦ ਆ ਗਈ। 2 ਘੰਟੇ ਸੁੱਤਾ ਰਿਹਾ। ਮੈਨੂੰ ਸੁਪਨਾ ਆਇਆ ਕਿ ਜਿਵੇਂ ਸਾਡੀ ਸੁਲਾਹ ਹੋ ਗਈ ਹੈ। ਸਾਡੇ 'ਚ ਕੁਝ ਖਿਚਾ ਜਿਹਾ ਸੀ, ਪਰ ਅਸੀਂ ਪਿਆਰ ਨਾਲ ਰਹਿ ਰਹੇ ਸੀ। ਬੂਹੇ ਉੱਪਰ ਹੋ ਰਹੀ ਠੱਕ ਠੱਕ ਨਾਲ ਮੈਨੂੰ ਜਾਗ ਆ ਗਈ। ਪੁਲਿਸ! ਮੈਂ ਜਾਗਦੇ ਸਾਰ ਸੋਚਿਆ, ਮੈਂ ਸ਼ਾਇਦ ਉਹਨੂੰ ਕਤਲ ਕਰ ਦਿੱਤਾ ਹੈ। ਨਹੀਂ, ਸ਼ਾਇਦ ਉਹ ਬੂਹਾ ਉਹੀ ਖੜਕਾ ਰਹੀ ਹੈ। ਕੁਝ ਵੀ ਨਹੀਂ ਵਾਪਰਿਆ। ਦਸਤਕ ਦੁਬਾਰਾ ਹੋਈ। ਮੈਂ ਕੋਈ ਉੱਤਰ ਨਾ ਦਿੱਤਾ। ਮੈਂ ਅਜੇ ਫੈਸਲਾ ਨਹੀਂ ਕਰ ਸਕਿਆ ਕਿ ਇਹ ਗੱਲ ਸੱਚਮੁੱਚ ਵਾਪਰ ਗਈ ਸੀ। ਮੈਨੂੰ ਉਹਦੀ ਅੰਗੀ ਦੀ ਰੁਕਾਵਟ, ਫਿਰ ਛੁਰੇ ਦਾ ਉਹਦੀ ਵੱਖੀ 'ਚ ਖੁੱਭ ਜਾਣਾ ਯਾਦ ਆਇਆ। ਹਾਂ, ਭਾਣਾ ਸੱਚਮੁੱਚ ਵਰਤ ਚੁੱਕਿਆ ਸੀ। ਸੋਚ ਕੇ ਮੈਨੂੰ ਤਰੇਲੀਆਂ ਆਉਣ ਲੱਗ ਪਈਆਂ। ਇਹ ਕੁਝ ਹੋ ਚੁੱਕਿਆ, ਹੁਣ ਮੇਰੀ ਵਾਰੀ ਹੈ। ਮੈਂ ਆਖਿਆ। ਮੈਂ ਆਖ ਤਾਂ ਦਿੱਤਾ, ਪਰ ਮੈਂ ਜਾਣਦਾ ਸੀ ਮੈਂ ਆਪਣੇ ਆਪ ਨੂੰ ਮਾਰਾਂਗਾ ਨਹੀਂ। ਮੈਂ ਉੱਠਿਆ, ਪਿਸਤੌਲ ਚੁੱਕ ਲਿਆ। ਬੜੀ ਅਜੀਬ ਗੱਲ ਹੈ, ਮੈਂ ਕਈ ਵਾਰ ਆਤਮ ਹੱਤਿਆ ਕਰਨ ਬਾਰੇ ਸੋਚਿਆ। ਉਸ ਸਮੇਂ ਗੱਲ ਬੜੀ ਆਸਾਨ ਜਾਪਦੀ ਸੀ ਕਿਉਂਕਿ ਮੈਂ ਜਾਣਦਾ ਸੀ ਮੇਰਾ ਆਤਮ ਹੱਤਿਆ ਕਰਨਾ ਮੇਰੀ ਪਤਨੀ ਲਈ ਸਜ਼ਾ ਹੋਏਗੀ। ਪਰ ਹੁਣ ਆਤਮ ਹੱਤਿਆ ਦੀ ਗੱਲ ਤੋਂ ਮੈਂ ਇਸ ਬਾਰੇ ਸੋਚ ਨਹੀਂ ਸੀ ਸਕਦਾ। ਮੈਂ ਕਿਉਂ ਆਤਮ ਹੱਤਿਆ ਕਰਾਂ? ਮੈਂ ਆਪਣੇ ਆਪ ਨੂੰ ਪੁੱਛਿਆ। ਪਹਿਲਾਂ ਦੇਖ ਲਵਾਂ ਕੌਣ ਹੈ। ਇਹ ਕੰਮ ਤਾਂ ਫਿਰ ਵੀ ਕਰ ਸਕਦੀ ਹਾਂ। ਪਿਸਤੌਲ ਮੇਜ਼ ਉੱਪਰ ਰੱਖ ਕੇ ਮੈਂ ਉਹਨੂੰ ਅਖਬਾਰ ਨਾਲ ਢੱਕ ਦਿੱਤਾ। ਬੂਹੇ ਕੋਲ ਜਾ ਕੇ ਚਿਟਕਣੀ ਖੋਲੀ। ਦੇਖਿਆ ਬਾਹਰ ਸਿੱਧੀ ਸਾਦੀ ਨਰਮ ਦਿਲ ਇਸਤਰੀ ਪਤਨੀ ਦੀ ਵਿਧਵਾ ਭੈਣ ਮੇਰੀ ਸਾਲੀ ਖੜੀ ਸੀ। ਵੈਸਿਆ ਕੀ ਹੋ ਗਿਆ? ਉਹਨੇ ਮਸਾਂ ਹੀ ਇਹ ਸ਼ਬਦ ਆਖੇ।
ਤੂੰ ਇੱਥੇ ਕੀ ਲੈਣ ਆਈ ਹੈ? ਮੈਂ ਉਹਨੂੰ ਪੁੱਠਾ ਹੀ ਬੋਲਿਆ, ਜਦ ਕਿ ਮੈਂ ਜਾਣਦਾ ਸੀ ਇਸ ਤਰ੍ਹਾਂ ਰੁੱਖਾ ਬੋਲਣਾ ਬੇਲੋੜਾ ਤੇ ਮੂਰਖਾਂ ਵਾਲੀ ਗੱਲ ਸੀ। ਉਹ ਮਰ ਰਹੀ ਹੈ ਵੈਸੇ ਹੈ, ਡਾਕਟਰ ਇਵਾਨ ਕਹਿੰਦਾ ਹੈ। ਡਾਕਟਰ ਇਵਾਨ ਮੇਰੀ ਪਤਨੀ ਦਾ ਡਾਕਟਰ ਤੇ ਸਲਾਹਕਾਰ ਸੀ। ਅੱਛਾ, ਉਹ ਵੀ ਇੱਥੇ ਹੈ? ਮੈਂ ਪੁੱਛਿਆ। ਮੈਨੂੰ ਫੇਰ ਗੁੱਸਾ ਚੜ੍ਹਦਾ ਪ੍ਰਤੀਤ ਹੋਇਆ। ਵੈਸੇ ਹੈ, ਉਸ ਕੋਲ ਜਾ। ਹਾਏ ਹਾਏ, ਕਿੱਡੀ ਦੁੱਖ ਦੀ ਗੱਲ ਹੈ ਕਿ ਲੋੜਾ ਆ ਗਿਆ। ਉਸ ਕੋਲ ਜਾਵਾਂ? ਮੈਂ ਆਪਣੇ ਆਪ ਨੂੰ ਪੁੱਛਿਆ ਤੇ ਖੁਦ ਹੀ ਜਵਾਬ ਦਿੱਤਾ, ਮੈਨੂੰ ਉਸ ਕੋਲ ਜਾਣਾ ਚਾਹੀਦਾ। ਇਹੀ ਗੱਲ ਤਾਂ ਹੁਣ ਕਰਨ ਵਾਲੀ ਹੈ। ਜਦ ਮੇਰੇ ਵਾਂਗ ਕੋਈ ਆਦਮੀ ਆਪਣੀ ਪਤਨੀ ਨੂੰ ਕਤਲ ਕਰਦਾ ਤਾਂ ਕਰਨ ਵਾਲੀ ਗੱਲ ਉਹਦੇ ਕੋਲ ਜਾਣਾ ਹੀ ਹੁੰਦਾ। ਜੇਕਰ ਇਹ ਗੱਲ ਹੈ ਤਾਂ ਮੈਂ ਜ਼ਰੂਰ ਜਾਵਾਂਗਾ। ਆਪਣੇ ਆਪ ਨੂੰ ਗੋਲੀ ਮਾਰਨ ਦਾ ਖਿਆਲ ਕਰਕੇ ਸੋਚਿਆ, ਤਾਨੇ ਮੇਣੇ ਹੋਣਗੇ, ਖੇਖਣ ਹੋਣਗੇ, ਪਰ ਮੇਰੇ ਉੱਤੇ ਇਹਨਾਂ ਗੱਲਾਂ ਦਾ ਕੋਈ ਅਸਰ ਨਹੀਂ। ਠਹਿਰੋ, ਮੈਂ ਆਪਣੀ ਸਾਲੀ ਨੂੰ ਆਖਿਆ, ਜੁਰਾਬਾਂ ਨਾਲ ਇਸ ਤਰ੍ਹਾਂ ਜਾਂਦਾ ਮੈਂ ਮੂਰਖ ਦਿਖਾਈ ਦੇਵਾਂਗਾ। ਮੈਂ ਜ਼ਰਾ ਸਲੀਪਰ ਪਾ ਲਵਾਂ। ਅਖੀਰਲਾ ਅੰਗ 28ਵਾਂ। ਤੁਹਾਨੂੰ ਭਾਵੇਂ ਗੱਲ ਅਜੀਬ ਲੱਗੇ, ਜਦ ਮੈਂ ਆਪਣੇ ਕਮਰੇ ਚੋਂ ਨਿਕਲ ਕੇ ਜਾਣੇ ਪਛਾਣੇ ਕਮਰਿਆਂ ਚੋਂ ਲੰਘ ਰਿਹਾ ਸੀ ਤਾਂ ਮੇਰੇ ਅੰਦਰ ਇਹ ਆਸ ਜਾਗ ਰਹੀ ਸੀ ਕਿ ਕੁਝ ਵੀ ਨਹੀਂ ਵਾਪਰਿਆ। ਪਰ ਜਦ ਮੈਨੂੰ ਆਈਡੋਫਾਰਮ, ਕਾਰਬਾਲਿਕ ਆਦਿ ਦਵਾਈਆਂ ਦੀ ਮੁਸ਼ਕ ਆਈ ਤਾਂ ਅਨੁਭਵ ਹੋਇਆ ਕਿ ਭਾਣਾ ਵਰਤ ਚੁੱਕਿਆ। ਬੱਚਿਆਂ ਦੇ ਕਮਰੇ ਚੋਂ ਲੰਘਦੇ ਸਮੇਂ ਮੇਰੀ ਨਜ਼ਰ ਲਿਜ਼ਾ ਤੇ ਪਈ। ਉਹਨੇ ਸਹਿਮੀਆਂ ਭੈ-ਭੀਤ ਅੱਖਾਂ ਨਾਲ ਮੇਰੇ ਵੱਲ ਤੱਕਿਆ। ਮੈਨੂੰ ਜਾਪਿਆ ਜਿਵੇਂ 5 ਬੱਚੇ ਉੱਥੇ ਖੜੇ ਮੈਨੂੰ ਘੂਰ ਰਹੇ ਸੀ। ਨੌਕਰਾਣੀ ਦਰਵਾਜ਼ਾ ਖੋਲ ਕੇ ਬਾਹਰ ਚਲੀ ਗਈ। ਸਭ ਤੋਂ ਪਹਿਲਾਂ ਮੇਰੀ ਨਜ਼ਰ ਖੂਨ ਨਾਲ ਲੱਥਪੱਥ ਪਤਨੀ ਦੇ ਚਿੱਟੇ ਮੋਤੀਆ ਸੂਟ ਉੱਤੇ ਪਈ। ਉਹ ਡਬਲ ਬੈੱਡ ਉੱਪਰ ਗੋਡੇ ਉੱਪਰ ਵੱਲ ਕਰੀ ਉਸ ਪਾਸੇ ਪਈ ਸੀ ਜਿੱਥੇ ਮੈਂ ਲੇਟਿਆ ਕਰਦਾ ਸੀ। ਹਵਾ 'ਚ ਆਈਡੋਫਾਰਮ ਦੀ ਮੁਸ਼ਕ ਰਲੀ ਸੀ। ਉਹਦੀ ਝਰੀਟੀ ਹੋਈ ਗੱਲ ਦੇ ਨੱਕ, ਇੱਕ ਅੱਖ ਦੀ ਸੋਜ ਵੇਖ ਕੇ ਮੇਰੇ ਉੱਤੇ ਬੜਾ ਹੀ ਅਜੀਬ ਅਸਰ ਹੋਇਆ। ਇਹ ਸਭ ਕੁਝ ਮੇਰੀ ਕੂਹਣੀ ਦੀ ਹੁੱਜ ਦਾ ਸਿੱਟਾ ਸੀ। ਉਹਨੂੰ ਦੇਖ ਕੇ ਮੇਰੇ ਅੰਦਰ ਸਗੋਂ ਨਫ਼ਰਤ ਜਾਗ ਪਈ। ਮੈਂ ਬੂਹੇ 'ਚ ਹੀ ਰੁਕ ਗਿਆ। ਕੋਲ ਚਲੇ ਜਾਓ, ਉਹਨਾਂ ਦੇ ਨੇੜੇ ਚਲੇ ਜਾਓ, ਆਇਆ ਨੇ ਆਖਿਆ। ਸ਼ਾਇਦ ਉਹ ਮਾਫ਼ੀ ਮੰਗਣਾ ਚਾਹੁੰਦੀ ਹੈ। ਮੈਂ ਸੋਚਿਆ ਕਿ ਉਹਨੂੰ ਮਾਫ਼ ਕਰ ਦੇਣਾ ਚਾਹੀਦਾ। ਹਾਂ, ਉਹ ਮਰ ਰਹੀ ਹੈ, ਇਸ ਲਈ ਹੁਣ ਮੈਂ ਉਹਨੂੰ ਮਾਫ਼ ਕਰ ਸਕਦਾ। ਮੈਂ ਫਰਾਖ ਦਿਲ ਬਣਨ ਦੀ ਨੀਤ ਨਾਲ ਸੋਚਿਆ। ਮੈਂ ਉਹਦੇ ਕੋਲ ਚਲਾ ਗਿਆ। ਬੜੀ ਮੁਸ਼ਕਿਲ ਨਾਲ ਉਹਨੇ ਅੱਖਾਂ ਖੋਲ੍ਹਣ ਦਾ ਯਤਨ ਕੀਤਾ। ਇੱਕ ਅੱਖ ਤਾਂ ਪੂਰੀ ਤਰ੍ਹਾਂ ਸੁੱਜੀ ਸੀ। ਬੜੀ ਔਖ ਨਾਲ ਰੁਕ ਕੇ ਬੋਲੀ, ਮੈਨੂੰ ਮਾਰ ਕੇ ਤੁਸੀਂ ਆਪਣੇ ਮਨ ਦੀ ਮੁਰਾਦ ਪੂਰੀ ਕਰ ਲਈ। ਉਹਦੀ ਸਰੀਰਕ ਪੀੜ ਤੇ ਮੌਤ ਦੀ ਚੇਤਨਤਾ ਵਿੱਚੋਂ ਪਹਿਲਾਂ ਵਰਗੀ ਵਹਿਸ਼ੀ ਨਫ਼ਰਤ ਝਲਕ ਰਹੀ ਸੀ। ਪਰ ਬੱਚੇ ਮੈਂ ਤੁਹਾਨੂੰ ਨਹੀਂ ਦਿਆਂਗੀ, ਉਹਨਾਂ ਨੂੰ ਉਹ ਲੈ ਜਾਏਗੀ। ਆਪਣੇ ਗੁਨਾਹ ਤੇ ਬੇਵਫਾਈ ਦੀ ਗੱਲ ਜਿਹਨੂੰ ਮੈਂ ਬਹੁਤ ਮਹੱਤਵ ਦੇ ਰਿਹਾ ਸੀ, ਉਹਨੇ ਕਰਨ ਜੋਗੀ ਨਾ ਸਮਝੀ। ਮੈਂ ਸਮਝਦੀ ਹਾਂ ਤੁਹਾਨੂੰ ਆਪਣੀ ਕਰਤੂਤ ਦੀ ਇਹ ਝਾਕੀ ਦੇ ਕੇ ਬਹੁਤ ਖੁਸ਼ੀ ਹੋ ਰਹੀ ਹੋਏਗੀ, ਉਹਨੇ ਕਿਹਾ ਤੇ ਬੂਹੇ ਵੱਲ ਵੇਖ ਕੇ ਹੌਕਾ ਲਿਆ। ਉੱਥੇ ਬੱਚੇ ਆਪਣੀ ਮਾਸੀ ਨਾਲ ਖੜੇ ਸੀ। ਦੇਖ ਆਪਣੀ ਕਰਤੂਤ ਦੇਖ। ਮੈਂ ਬੱਚਿਆਂ ਵੱਲ ਇੱਕ ਨਜ਼ਰ ਵੇਖਣ ਪਿੱਛੋਂ ਉਹਦੇ ਵੱਲ ਦੇਖਿਆ। ਉਹਦੇ ਸੁੱਜੇ ਝਰੀਟੇ ਚਿਹਰੇ ਵੱਲ ਦੇਖ ਕੇ ਮੈਨੂੰ ਆਪਣਾ ਅਧਿਕਾਰ, ਆਪਣਾ ਅਭਿਮਾਨ ਸਭ ਭੁੱਲ ਗਏ। ਮੈਨੂੰ ਦੁਖੀ ਕਰਨ ਵਾਲੀ ਆਪਣੀ ਈਰਖਾ, ਆਪਣਾ ਸਵੈਮਾਨ ਸਭ ਤੁੱਛ ਜਾਪਣ ਲੱਗ ਪਏ। ਮੇਰਾ ਜੀ ਕੀਤਾ ਗੋਡਿਆਂ ਭਰ ਬਹਿ ਕੇ ਉਹਦੇ ਹੱਥਾਂ ਤੇ ਸਿਰ ਰੱਖ ਕੇ ਆਖਾਂ, ਮੈਨੂੰ ਮਾਫ਼ ਕਰ ਦੇ, ਪਰ ਮੈਂ ਅਜਿਹਾ ਨਾ ਕਰ ਸਕਿਆ। ਉਹ ਚੁੱਪ ਹੋ ਗਈ। ਉਹਨੇ ਆਪਣੀਆਂ ਅੱਖਾਂ ਇਉਂ ਬੰਦ ਕਰ ਲਈਆਂ ਜਿਵੇਂ ਹੋਰ ਕੁਝ ਬੋਲਣ ਦੀ ਉਸ 'ਚ ਹਿੰਮਤ ਨਹੀਂ। ਫਿਰ ਉਹਦਾ ਜ਼ਖਮੀ ਚਿਹਰਾ ਫਰਕ ਕੇ ਨਿੱਕਾ ਜਿਹਾ ਹੋ ਗਿਆ। ਪੋਲੇ ਜੇ ਉਹਨੇ ਆਪਣੇ ਹੱਥ ਨਾਲ ਪਿੱਛੇ ਧੱਕ ਦਿੱਤਾ ਤੇ ਬੋਲੀ, ਇਹ ਕੋਈ ਤੂੰ ਕਿਉਂ ਕੀਤਾ? ਮੈਨੂੰ ਮਾਫ਼ ਕਰ ਦੇ। ਮੈਂ ਆਖਿਆ, ਮਾਫ਼ ਕਰ ਦਿਆਂ ਤੈਨੂੰ? ਬਕਵਾਸ ਨਾ ਕਰ। ਜੇ ਮੈਂ ਨਾ ਮਰੀ ਤਾਂ, ਉਹਨੇ ਰੋ ਕੇ ਆਖਿਆ। ਉਹ ਥੋੜਾ ਉੱਪਰ ਉੱਠੀ ਤੇ ਅੱਗ ਵਾਂਗ ਬਲਦੀਆਂ ਆਪਣੀਆਂ ਅੱਖਾਂ ਮੇਰੇ ਉੱਤੇ ਗੱਡ ਕੇ ਬੋਲੀ, ਤੂੰ ਆਪਣੇ ਮਨ ਦੀ ਮੁਰਾਦ ਪੂਰੀ ਕਰ ਲਈ। ਮੈਂ ਤੈਨੂੰ ਨਫ਼ਰਤ ਕਰਦੀ ਹਾਂ। ਹਾਏ, ਉਹੀ ਉਹ ਚੀਕਾਂ ਮਾਰਨ ਲੱਗ ਪਈ। ਸਾਫ਼ ਜ਼ਾਹਰ ਸੀ ਉਹ ਤੇਜ਼ ਬੁਖਾਰ ਦੀ ਘੂਕੀ 'ਚ ਬਰੜਾ ਰਹੀ ਸੀ। ਮਾਰ ਦੇ ਮੈਨੂੰ, ਮੈਂ ਨਹੀਂ ਡਰਦੀ। ਪਰ ਸਾਰੇ ਚਲੇ ਗਏ। ਉਹ ਵੀ ਚਲਾ ਗਿਆ। ਉਹ ਆਖਰੀ ਦਮ ਤੱਕ ਇਸੇ ਤਰ੍ਹਾਂ ਬੇਹੋਸ਼ੀ 'ਚ ਬੋਲਦੀ ਰਹੀ। ਉਹ ਸਾਨੂੰ ਕਿਸੇ ਨੂੰ ਵੀ ਪਛਾਣ ਨਹੀਂ ਸੀ ਰਹੀ। ਉਸੇ ਦਿਨ ਦੁਪਹਿਰ ਨੂੰ ਉਹ ਮਰ ਗਈ, ਪਰ ਮੈਨੂੰ ਉਹਦੇ ਮਰਨ ਤੋਂ ਪਹਿਲਾਂ ਹੀ ਸਵੇਰੇ 8 ਵਜੇ ਥਾਣੇ ਲੈ ਗਏ। ਪਿੱਛੋਂ ਮੈਨੂੰ ਜੇਲ੍ਹ ਭੇਜ ਦਿੱਤਾ ਗਿਆ, ਜਿੱਥੇ 11 ਮਹੀਨੇ ਮੈਂ ਮੁਕੱਦਮੇ ਦੇ ਫੈਸਲੇ ਦੀ ਉਡੀਕ ਕਰਦਾ ਰਿਹਾ। ਅੰਤ ਮੈਨੂੰ ਸਮਝ ਆ ਗਈ। ਸਮਝ ਤਾਂ ਮੈਨੂੰ ਤੀਜੇ ਦਿਨ ਹੀ ਆਉਣੀ ਸ਼ੁਰੂ ਹੋ ਗਈ ਸੀ, ਕਿਉਂਕਿ ਤੀਜੇ ਦਿਨ ਉਹ ਮੈਨੂੰ ਵਾਪਸ ਉਸੇ ਥਾਂ ਲੈ ਗਏ ਸੀ। ਉਹਨੇ ਗੱਲ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ, ਪਰ ਉਹਨੇ ਹੌਕੇ ਹਟਕੋਰੇ ਬੇਕਾਬੂ ਹੋ ਗਏ। ਉਹ ਬੋਲ ਨਾ ਸਕਿਆ। ਬੜੀ ਮੁਸ਼ਕਿਲ ਨਾਲ ਉਹਨੇ ਆਪਣੇ ਆਪ ਨੂੰ ਸੰਭਾਲਿਆ ਤੇ ਮੁੜ ਬੋਲਣਾ ਸ਼ੁਰੂ ਕੀਤਾ। ਉਹਨੂੰ ਜਦ ਮੈਂ ਉਹਦੇ ਤਾਬੂਤ 'ਚ ਪਈ ਨੂੰ ਵੇਖਿਆ ਤਾਂ ਮੈਨੂੰ ਸਮਝ ਆਉਣੀ ਸ਼ੁਰੂ ਹੋ ਗਈ। ਉਹਨੇ ਹਟਕੋਰਾ ਲਿਆ ਤੇ ਕਾਹਲੀ ਕਾਹਲੀ ਬੋਲਣ ਲੱਗ ਪਿਆ। ਉਹਦਾ ਮਰੀ ਹੋਈ ਦਾ ਮੂੰਹ ਵੇਖ ਕੇ ਮੈਨੂੰ ਹੋਸ਼ ਆਈ ਕਿ ਮੈਂ ਕੀ ਕਰ ਬੈਠਾ ਸੀ। ਮੈਨੂੰ ਸਮਝ ਆ ਗਈ ਕਿ ਮੈਂ ਹੀ ਉਹਦਾ ਕਾਤਲ ਹਾਂ। ਕਿਸੇ ਸਮੇਂ ਉਹ ਨਿੱਘੇ ਗਰਮ ਸਰੀਰ ਵਾਲੀ ਜਿਉਂਦੀ ਧੜਕਦੀ ਜ਼ਿੰਦਗੀ ਨਾਲ ਭਰਪੂਰ ਸੀ, ਪਰ ਹੁਣ ਉਹ ਮੇਰੇ ਕਾਰਨ ਠੰਡੀ ਤੇ ਬੇਹਰਕਤ ਮੋਮ ਦੇ ਬੁੱਤ ਵਾਂਗ ਪਈ ਸੀ। ਹੁਣ ਕੋਈ ਵੀ ਕਿਧਰੇ ਵੀ ਲਿਜਾ ਕੇ ਉਹਨੂੰ ਜਿਉਂਦੀ ਨਹੀਂ ਸੀ ਕਰ ਸਕਦਾ। ਅਜਿਹੀ ਪੀੜ ਨੂੰ ਉਹੀ ਸਮਝ ਸਕਦਾ ਹੈ ਜਿਹਨੇ ਅਜਿਹੀ ਪੀੜ ਭੋਗੀ ਹੋਵੇ। ਜਿਸ ਤਨ ਅੱਗੇ ਲਾਗੇ ਸੋ ਤਨ ਜਾਣੇ। ਉਫ ਉਫ ਉਫ, ਉਹਦੀਆਂ ਭੁੱਬਾਂ ਨਿਕਲ ਗਈਆਂ ਤੇ ਚੁੱਪ ਕਰ ਗਿਆ। ਅਸੀਂ ਬਹੁਤ ਦੇਰ ਤੱਕ ਚੁੱਪ ਬੈਠੇ ਰਹੇ। ਉਹ ਹਟਕੋਰੇ ਲੈ ਰਿਹਾ ਸੀ। ਉਹਦੇ ਅੰਦਰੋਂ ਆਪ ਮੁਹਾਰੇ ਉੱਠ ਰਹੇ
ਹੌਕਿਆਂ ਹਟਕੋਰਿਆਂ ਨਾਲ ਉਹਦਾ ਸਰੀਰ ਕੰਬ ਰਿਹਾ ਸੀ। ਮਾਫ਼ ਕਰਨਾ ਕਹਿ ਕੇ ਉਹ ਮੂੰਹ ਦੂਜੇ ਪਾਸੇ ਕਰਕੇ ਸੀਟ ਉੱਤੇ ਲੇਟ ਗਿਆ। ਕੰਬਲ ਨਾਲ ਆਪਣਾ ਮੂੰਹ ਸਿਰ ਢੱਕ ਲਿਆ। 8 ਵਜੇ ਗੱਡੀ ਸਟੇਸ਼ਨ ਤੇ ਰੁਕੀ ਜਿੱਥੇ ਮੈਂ ਉਤਰਨਾ ਸੀ। ਉਹਨੂੰ ਅਲਵਿਦਾ ਕਹਿਣ ਲਈ ਮੈਂ ਉਹਨੂੰ ਬੁਲਾਇਆ। ਮੈਂ ਸਮਝਦਾ ਸੀ ਐਵੇਂ ਮੂੰਹ ਸਿਰ ਵਲੇਟੀ ਪਿਆ ਸੀ, ਸੁੱਤਾ ਨਹੀਂ ਸੀ। ਪਰ ਜਦੋਂ ਮੇਰੇ ਬੁਲਾਉਣ ਤੇ ਵੀ ਨਾ ਹਿੱਲਿਆ, ਮੈਂ ਉਹਦਾ ਹੱਥ ਫੜ ਕੇ ਹਿਲਾਇਆ। ਉਹਨੇ ਕੰਬਲ ਲਾਹ ਦਿੱਤਾ। ਮੈਂ ਦੇਖਿਆ ਉਹ ਸੱਚੀ ਸੁੱਤਾ ਨਹੀਂ ਸੀ। ਅੱਛਾ, ਅਲਵਿਦਾ। ਆਪਣਾ ਹੱਥ ਉਸ ਵੱਲ ਵਧਾਉਂਦਿਆਂ ਮੈਂ ਆਖਿਆ। ਉਹਨੇ ਆਪਣਾ ਹੱਥ ਮੇਰੇ ਹੱਥ ਉੱਤੇ ਰੱਖ ਦਿੱਤਾ। ਉਹਦੇ ਬੁੱਲ੍ਹਾਂ ਉੱਪਰ ਅਜਿਹੀ ਕਰੁਣਾਮਈ ਮੁਸਕਰਾਹਟ ਆਈ ਕਿ ਮੈਨੂੰ ਰੋਣ ਆ ਗਿਆ। ਮਾਫ਼ ਕਰਨਾ, ਉਹਨੇ ਉਹੀ ਸ਼ਬਦ ਦੁਹਰਾਏ ਜਿਨ੍ਹਾਂ ਨਾਲ ਉਹਨੇ ਆਪਣੀ ਕਹਾਣੀ ਸਮਾਪਤ ਕੀਤੀ ਸੀ। ਧੰਨਵਾਦ।